ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਸੁਨੀਲ ਕੁਮਾਰ ਗੱਲ ਕਰਾਂਗੇ ਅੱਜ ਉਸ ਮੁੱਦੇ ਦੀ, ਕਿਉਂਕਿ ਸਾਰਿਆਂ ਨੇ ਹੀ ਹੁਣ ਜ਼ੋਰ ਫੜ ਲਿਆ ਕਿ ਸਿੱਖਾਂਗੇ ਤੇ ਪੰਜਾਬ ਨੂੰ ਲੀਹ ਤੇ ਲਿਆਵਾਂਗੇ, क्योंकि क्लास शुरू हो गई आ, ट्रेनिंग सैशन शुरू हो गया है विधायकों का, मंत्रियों का, ते सारे ही उत्थे पहुंचे। ये भी दस दईए कि इस ट्रेनिंग सैशन दे विच पंजाब सीएम ने आप दस्सिया कि वह आप पहली बार पंजाब विधान सभा पहुंचे ने। हालांकि लोक सभा दे विच तो काफ़ी बोलते रहे ने, काफ़ी स्पीचां उन्हां दीयां उत्थे तगड़ियां रहीआं ने, पर अज उन्होंने अपना तजुर्बा साझा कीता ते इत्थे तक कहा कि जेकर ओपोजिशन चाहे, क्योंकि काफ़ी सीनियर लीडर ਉਹਦੇ ਚ ਹਨ, ਤਾਂ ਉਹ भी सातों सीख सकते हैं ते मिल जुल के ही पंजाब ਨੂੰ ਲੀਹ ਤੇ ਲਿਆਣਾ। ਇੰਨਾ ਹੀ ਨਹੀਂ, ਉਹਨਾਂ ਨੇ ਹੋਰ ਵੀ ਕਈ ਗੱਲਾਂ ਕਹੀਆਂ। ਉਹਨਾਂ ਗੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕਤੰਤਰ ਜਿਹੜਾ ਉਹ ਲੋਕਾਂ ਦੇ ਹੱਥ 'ਚ ਹੀ ਆ ਤੇ ਸਪੀਕਰ ਸਭ ਦਾ ਸਾਂਝਾ, ਕਿਉਂਕਿ ਸਪੀਕਰ ਦੇ ਸਿਰ ਤੇ ਪੂਰੇ ਵਿਧਾਨ ਸਭਾ ਦਾ ਦਾਰੋਮਦਾਰ ਹੁੰਦਾ। ਹੋਰ ਵੀ ਕੀ ਕੁਝ ਕਿਹਾ ਉਹਨਾਂ ਨੇ। ਅੱਜ ਜਿਹੜਾ ਟ੍ਰੇਨਿੰਗ ਸੈਸ਼ਨ ਹੋਇਆ ਉਸ ਦੇ ਵਿੱਚ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਆਓ ਸੁਣਦੇ ਹਾਂ। ਲੋਕਤੰਤਰ ਦੇ ਇਸ ਪਵਿੱਤਰ ਤੇ ਮੁਕੱਦਸ ਸਥਾਨ ਤੇ ਮੰਚ ਦੇ ਉੱਤੇ ਸੁਸ਼ੋਭਿਤ ਕਸਟੋਡੀਅਨ ਆਫ ਦਾ ਹਾਊਸ, ਸਾਰੇ ਹਾਊਸ ਨੂੰ ਆਪਣੀ ਲੋਕਤਾਂਤਰਿਕ ਅਤੇ ਸਾਰਿਆਂ ਵਾਸਤੇ ਇੱਕੋ ਜੀ ਨਜ਼ਰ ਨਾਲ ਚਲਾਉਣ ਦਾ ਜਜ਼ਬਾ ਰੱਖਣ ਵਾਲੇ ਸਪੀਕਰ ਸਾਹਿਬ ਮਾਨਯੋਗ ਸ਼੍ਰੀ ਕੁਲਤਾਰ ਸੰਧਵਾ ਜੀ, ਉਹਨਾਂ ਦੇ ਡਿਪਟੀ ਔਰ ਬਹੁਤ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ ਇਸ ਜਗ੍ਹਾ ਤੇ ਪਹੁੰਚਣ ਵਾਲੇ ਮਾਨਯੋਗ ਡਿਪਟੀ ਸਪੀਕਰ ਸਾਹਿਬ ਜੈ ਕਿਸ਼ਨ ਰੋੜੀ ਸਾਹਿਬ, ਸਮਾਜ ਦਾ ਅੱਜ ਕੱਲ੍ਹ ਆਪਰੇਸ਼ਨ ਕਰ ਰਹੇ ਨੇ। ਪਹਿਲਾਂ ਹਸਪੀਟਲ 'ਚ ਲੋਕਾਂ ਦੇ ਆਪਰੇਸ਼ਨ ਕਰਦੇ ਸੀ ਤੇ ਬਿਮਾਰੀਆਂ ਨੂੰ ਚਾਕੂ ਨਾਲ ਜਾਂ ਕੈਂਚੀ ਨਾਲ ਜੜੋਂ ਕੱਟਦੇ ਸੀ, ਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੀ ਲੱਗੀ ਹੋਈ ਹੈ। मेरे कैबिनेट के साथी पार्लीमेंट अफेयर मिनिस्टर डॉक्टर इंद्रवीर निज्जर जी, मेरी कौंसल के सारे मंत्री साहबान ते लोकतंत्र प्रणाली द्वारा लखां की गिनती च लोगों ने बहुत वड्डियां वड्डियां उम्मीदां ला के भेजे हुए MLA साहबान, विरोधी धिर वालों जिन्ने भी मानयोग MLA साहबान पहुंचे ने, उन्हां दा ते उन्हां दे विरोधी धिर दे नेता जिहड़े ने, जिन्हां ने विरोधी धिर नूं डायरैक्शनस देणियां हुंदियां ने कि इस गल ते आपां सरकार नूं सवाल पुछना है, इस गल ते जवाब हजे कंप्लीट नहीं आया, की एक्शन लैना है। भारत दियां तिनों प्रणालियां विधान सभा, लोक सभा ते राज सभा दे विच बहुत ही एक्टिव ते बहुत ही वोकल रहे श्री प्रताप सिंह बाजवा साहब, ऑफिसर साहबान। अज दे इस प्रोग्राम दी इस ट्रेनिंग सैशन दी जिहड़ा सैकेंड हाफ होगा उहदे विच महात्मा गांधी इंस्टीट्यूट दे विच उत्थों के डायरैक्टर अनिरुद्ध तिवाड़ी जी, जिन्हें भी ऑफिसर साहबान ने, सारिਆਂ ਦਾ बहुत बहुत धन्यवाद। मेरे तो पहला बोलदियां सब ने यही गल कही है कि ये सदन जिहड़ा बड़ा पवित्र है और लोगों ने आपां नूं बहुत वड्डियां वड्डियां उम्मीदां नाल इत्थे भेजिया, भावें वो खब्बे पासे वाले बेंच ने, भावें सज्जे पासे वाले बेंच ने। तो लोग देखते हैं कि जिहदे वास्ते असीं सवेरे 7 बजे लाइनां 'च लगे सी, दोपहर के 12 बजे साडी वारी आई सी, जिहदे वास्ते दोपहरे 12 बजे लाइन 'च लगे सी, 4 बजे साडी वोट पाउण दी वारी आई सी,
ਕੀ ਉਹ ਸਾਡੀਆਂ ਉਮੀਦਾਂ ਤੇ ਪੂਰਾ ਉਤਰਦਾ? ਕਿ ਉਹ ਜਦੋਂ ਸਾਡੇ ਪਿੰਡ ਆਇਆ ਸੀ, ਜਦ ਸਾਡੇ ਘਰ ਦਾ ਬੂਹਾ ਖੜਕਾਇਆ ਸੀ, ਜੋ ਉਹਨੇ ਵਾਅਦੇ ਕਿਹਾ ਸੀ, ਕਿ ਉਹਨਾਂ ਤੇ ਖਰਾ ਉਤਰਦਾ, ਪੂਰੇ ਕਰਨ ਲਈ ਕੋਈ ਯਤਨ ਕਰ ਰਿਹਾ? ਤਾਂ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ। ਪੰਜਾਬ ਜਿਹੜਾ ਉਹ ਬਹੁਤ ਨੌਲੇਜੇਬਲ ਸਟੇਟ ਹੈ। ਪੰਜਾਬ ਦੇ ਲੋਕ ਬਹੁਤ ਜਾਣਕਾਰੀ ਰੱਖਦੇ ਨੇ, ਖਾਸ ਤੌਰ ਤੇ ਰਾਜਨੀਤੀ ਦੀ। ਇਹ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਕੌਣ ਕੀ ਕਰੀ ਜਾਂਦਾ। ਸ਼ਾਇਦ ਉਧਰ ਦੀਆਂ ਸਟੇਟਾਂ 'ਚ ਕਿਤੇ ਹੋਊਗਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੀ ਹੁੰਦਾ ਇਹ। ਉਹ ਤਾਂ ਇੱਕ ਵਾਰੀ ਵੋਟਾਂ ਪਾ ਕੇ ਕਹਿ ਦਿੰਦੇ ਨੇ ਜੀ ਸਰਕਾਰ ਹੈ, ਪਤਾ ਨਹੀਂ ਕਿਹਦੀ ਹੈ। ਪਰ ਸਾਡੇ ਲੋਕ ਜਿਹੜੇ ਨੇ, ਭਾਵੇਂ ਉਹ ਕਿਸੇ ਭੋਗ ਤੇ ਸ਼ਾਮਲ ਹੋਈਏ, ਭਾਵੇਂ ਕਿਸੇ ਵਿਆਹ ਤੇ ਸ਼ਾਮਲ ਹੋਈਏ, ਭਾਵੇਂ ਕਿਸੇ ਜਗਰਾਤੇ ਦਾ ਫੰਕਸ਼ਨ ਹੋਵੇ, ਭਾਵੇਂ ਅੱਖਾਂ ਦਾ ਕੈਂਪ ਹੋਵੇ, 2 ਮਿੰਟ ਤਾਂ ਆਪਾਂ ਉਸ ਟੌਪਿਕ ਦੀ ਗੱਲ ਕਰਦੇ ਹਾਂ ਜਿਹੜੇ ਟੌਪਿਕ ਵਾਸਤੇ ਆਏ ਹੁੰਦੇ ਹਾਂ। 2 ਮਿੰਟਾਂ ਬਾਅਦ ਜਦੋਂ ਚਾਹ ਆ ਜਾਂਦੀ ਹੈ ਤੇ ਨਾਲ ਦੀ ਨਾਲ ਫਿਰ ਆਪਾਂ ਚੇਂਜ ਹੋ ਕੇ ਕਹਿੰਦੇ ਹੋਰ ਤੁਹਾਡੇ ਵਾਲੇ ਪਾਸੇ ਕੀ ਚੱਲਦਾ, ਸੜਕਾਂ ਦਾ ਕਿਵੇਂ, ਤੁਹਾਡੇ ਵਾਲਾ MLA ਕਿਵੇਂ ਆਉਂਦਾ ਕਿ ਨਹੀਂ, ਮਿਲਦਾ ਮੁੜਦਾ ਕਿ ਨਹੀਂ, ਅਫਸਰ ਕਿਵੇਂ ਨੇ। ਸੋ ਅਸੀਂ ਬਹੁਤ ਪੰਜਾਬੀ ਜਿਹੜੇ ਨੇ ਬਹੁਤ ਜਾਣਕਾਰ ਨੇ। ਜੇ ਜਾਣਕਾਰ ਨੇ ਇਸੇ ਕਰਕੇ ਅੱਜ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਮੈਂਬਰ ਪਾਰਲੀਮੈਂਟ ਨੇ, ਲੰਡਨ ਦੇ ਵਿੱਚ ਮੈਂਬਰ ਪਾਰਲੀਮੈਂਟ, ਨਿਊਜ਼ੀਲੈਂਡ 'ਚ ਮੈਂਬਰ ਪਾਰਲੀਮੈਂਟ ਹੈ ਸਾਡੇ ਪੰਜਾਬੀ, ਔਰ ਮਿਨਿਸਟਰੀ ਦੇ ਜਿਹੜੇ ਟਰੂਡੋ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਸਾਡੇ ਪੰਜਾਬੀ ਲੋਕ। ਸੋ ਵੀ ਆਰ ਗਲੋਬਲ ਸਿਟੀਜ਼ਨਸ। ਅਸੀਂ ਇਕੱਲੇ ਪੰਜਾਬ ਦੇ ਨਹੀਂ, ਅਸੀਂ ਪੂਰੀ ਦੁਨੀਆ ਦੇ ਸਿਟੀਜ਼ਨ ਆ। ਮੈਂ ਅਕਸਰ ਕਹਿਣਾ ਹੁੰਦਾ ਕਿ ਜਿਹੜਾ ਬਾਜਵਾ ਸਾਹਿਬ, ਜਿਹੜਾ ਪੰਜਾਬ ਹੈ ਇਹ ਇੱਕੋ ਇੱਕ ਸਟੇਟ ਹੈ, ਵਾਹਿਦ ਸਟੇਟ ਹੈ ਜਿਹਦੀਆਂ ਫਰੈਂਚਾਈਜ਼ ਨੇ। ਵੈਨਕੂਵਰ 'ਚ ਵੀ ਇੱਕ ਪੰਜਾਬ ਵਸਦਾ ਹੈ, ਐਡਮਿੰਟਨ ਕੈਲਗਰੀ 'ਚ ਪੰਜਾਬ ਵਸਦਾ ਹੈ, ਟੋਰਾਂਟੋ 'ਚ ਪੰਜਾਬ ਵਸਦਾ ਹੈ, ਸੈਨੋਜ਼ੇ ਸੈਕਰਾਮੈਂਟੋ ਪੰਜਾਬ ਵਸਦਾ ਹੈ, ਆਕਲੈਂਡ ਦੇ ਵਿੱਚ, ਹੈਮਿਲਟਨ 'ਚ, ਪਰਥ, ਸਿਡਨੀ, ਮੈਲਬਰਨ, ਸਿੰਗਾਪੁਰ, ਸੋ ਜਗ੍ਹਾ ਜਗ੍ਹਾ ਪੰਜਾਬ ਵਸਦਾ ਹੈ। ਸੋ ਇਸ ਕਰਕੇ ਜ਼ਰੂਰੀ ਨਹੀਂ ਕਿ ਜਿਸ ਵੇਲੇ ਤੁਸੀਂ ਬੋਲ ਰਹੇ ਹੋ ਤੁਹਾਨੂੰ ਤੁਹਾਡੇ ਹਲਕੇ ਦੇ ਲੋਕ ਹੀ ਸੁਣ ਰਹੇ ਨੇ। ਜਦੋਂ ਦਾ ਆਪਾਂ ਨੇ ਇਹ ਲਾਈਵ ਕਰਨ ਦਾ ਫੈਸਲਾ ਕੀਤਾ ਹੈ ਉਦੋਂ ਤੋਂ ਮੈਨੂੰ ਵੀ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਜਦੋਂ ਵਿਧਾਨ ਸਭਾ ਸੈਸ਼ਨ ਚੱਲ ਪੈਂਦਾ ਹੈ ਤਾਂ ਅਸੀਂ ਜਿਹੜੇ ਆਪਣੇ ਟਰੱਕ ਨੇ ਉਹਨੂੰ ਰੈਸਟ ਏਰੀਏ 'ਚ ਖੜਾ ਕੇ ਅਸੀਂ ਮੋਬਾਈਲ ਤੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸੁਣਦੇ ਹਾਂ। ਸੋ ਕੱਲਾ ਇੱਥੇ ਨਹੀਂ, ਪੂਰੀ ਦੁਨੀਆ ਸਾਨੂੰ ਦੇਖ ਰਹੀ ਹੁੰਦੀ ਹੈ ਉਸ ਵੇਲੇ ਕਿ ਅਸੀਂ ਕੀ ਕਰ ਰਹੇ ਹਾਂ। ਮੈਂ ਕਹਿੰਦਾ ਸੀ ਕਿ ਜੇ ਟ੍ਰੇਨਿੰਗ ਸੈਸ਼ਨ ਕਰਾਉਣਾ ਕਿ ਵਿਧਾਨ ਸਭਾ ਕਿਵੇਂ ਚਲਾਉਣੀ ਹੈ, ਉਹਦੇ ਲਈ ਸਭ ਤੋਂ ਬੈਸਟ ਟੀਚਰ ਹੋ ਸਕਦੇ ਨੇ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਇਹ ਸੱਤਾ 'ਚ ਵੀ ਰਹੇ ਨੇ, ਸੱਤਾ ਵੇਲੇ ਵੀ ਰਹੇ ਨੇ, ਵਿਰੋਧੀ ਧਿਰ 'ਚ ਵੀ ਰਹੇ ਨੇ। ਸਾਨੂੰ ਤਾਂ 10-11 ਮਹੀਨੇ ਪਹਿਲਾਂ ਹੀ ਸੱਤਾ ਮਿਲੀ ਹੈ ਜੀ। ਇਸ ਤੋਂ ਪਹਿਲਾਂ ਬੰਦ ਕਰਾਉਣ ਵਾਲੇ 'ਚ ਹੁੰਦੇ ਸੀ ਵੀ ਬੰਦ ਕਿਵੇਂ ਕਰਾਉਣੀ ਹੈ। ਪਾਰਲੀਮੈਂਟ 'ਚ ਵੀ ਤੁਸੀਂ ਦੇਖਿਆ ਆਪਾਂ ਇਕੱਠੇ ਲੜਦੇ ਰਹੇ ਹਾਂ। ਤੁਸੀਂ ਤਾਂ ਸਪੀਕਰ ਦਾ ਮਾਈਕ ਵੀ ਤੋੜਤਾ ਸੀ ਇੱਕ ਦਿਨ, ਕਿਉਂਕਿ ਜੇ ਨਹੀਂ ਸੁਣੀ ਜਾਊਗੀ ਫਿਰ ਕਿਸੇ ਲੈਵਲ ਤੱਕ ਤਾਂ ਫਿਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਆਪਣੇ ਆਪ 'ਚ ਲੈ ਕੇ ਜਾਂਦੇ ਹਾਂ ਅਸੀਂ, ਲੋਕਾਂ ਦਾ ਹੀ ਗੁੱਸਾ ਲੈ ਕੇ ਜਾਂਦੇ ਹਾਂ ਅਸੀਂ ਅਸਲ ਜੇ ਆਪੋਜੀਸ਼ਨ 'ਚ ਹਾਂ ਕਿ ਲੋਕ ਸਾਨੂੰ ਐਂ ਕਹਿੰਦੇ ਨੇ ਕਿ ਆਹ ਗੱਲ ਕਿਉਂ ਨਹੀਂ ਹੋ ਰਹੀ। ਸੋ ਲੋਕਤੰਤਰ ਦੀ ਖੂਬਸੂਰਤੀ ਹੈ ਵਿਚਾਰਕ ਮਤਭੇਦ। ਕਿਸੇ ਵੀ ਗੁਲਦਸਤੇ ਦੇ ਵਿੱਚ ਇੱਕ ਰੰਗ ਦੇ ਫੁੱਲ ਹੋਣ, ਉਹਨੂੰ ਤੁਸੀਂ 2 ਜਾਂ 3 ਦਿਨ ਤੋਂ ਵੱਧ ਉਸ ਗੁਲਦਸਤੇ ਨੂੰ ਦੇਖ ਨਹੀਂ ਸਕਦੇ, ਬੋਰ ਹੋ ਜਾਂਦੇ ਤੁਸੀਂ ਉਸ ਤੋਂ। ਰੰਗ ਬਿਰੰਗੇ ਫੁੱਲਾਂ ਨੂੰ ਹੀ ਗੁਲਦਸਤਾ ਕਹਿੰਦੇ ਨੇ। ਹਰ ਰੰਗ ਹੋਣਾ ਚਾਹੀਦਾ। ਇੱਥੇ BSP ਦੇ ਵਿਧਾਇਕ ਨੇ, ਇੱਥੇ BJP ਦੇ ਵਿਧਾਇਕ ਨੇ, ਇੱਥੇ ਕਾਂਗਰਸ ਦੇ ਵਿਧਾਇਕ ਨੇ, ਅਕਾਲੀ ਦਲ ਦੇ ਵਿਧਾਇਕ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਆਜ਼ਾਦ ਵੀ ਵਿਧਾਇਕ ਹੈਗੇ। ਸੋ ਹਰ ਰੰਗ ਦਾ ਸਾਡੇ ਕੋਲ ਫੁੱਲ ਹੈਗਾ ਇਸ ਫੁਲਵਾੜੀ 'ਚ, ਔਰ ਹਰੇਕ ਨੂੰ ਆਪਣੀ ਆਪਣੀ ਮਹਿਕ ਹੈ ਹਰੇਕ ਦੀ। ਔਰ ਸਪੀਕਰ ਸਾਹਿਬ, ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਕਿ ਹੋਰ ਵੀ ਵੱਧ ਟਾਈਮ ਜਿਹੜਾ ਉਹ ਆਪੋਜੀਸ਼ਨ ਨੂੰ ਮਿਲਣਾ ਚਾਹੀਦਾ, ਕਿਉਂਕਿ ਅਸੀਂ ਆਪੋਜੀਸ਼ਨ 'ਚ ਰਹੇ ਹਾਂ। ਅਸੀਂ ਵੀ ਤਰਸ ਕੇ ਬੜਾ ਨਾਰੇ ਲਾ ਕੇ 20-25 ਸਕਿੰਟ ਹੀ ਲੈਂਦੇ ਹੁੰਦੇ ਸੀ, ਪਰ 20-25 ਸਕਿੰਟ ਵੀ ਬਹੁਤ ਹੁੰਦੇ ਨੇ ਜੇ ਬੋਲਣਾ ਹੋਵੇ। ਜਿਸ ਤਰ੍ਹਾਂ ਬਾਜਵਾ ਸਾਹਿਬ ਨੇ ਕਿਹਾ ਕਿ ਹੋਮਵਰਕ ਬਹੁਤ ਜ਼ਰੂਰੀ ਹੈ। ਜੇ ਮੈਂ ਐਗਜ਼ਾਮਪਲ ਦੇਵਾਂ ਬੰਗਾਲ ਵਾਲਿਆਂ ਦੀ ਲੋਕ ਸਭਾ 'ਚ, ਮੈਂ ਦੇਖੇ ਨੇ ਨੇੜੇ, ਜਾਂ ਫਿਰ ਸਾਊਥ ਤਮਿਲਨਾਡੂ ਵਾਲਿਆਂ ਦੀ,
ਕੇਰਲ ਵਾਲਿਆਂ ਦੀ। ਜਦੋਂ ਉਹ ਆਪਣੀ ਸਟੇਟ ਦਾ ਮਸਲਾ ਹੋਵੇ ਉਦੋਂ ਭੁੱਲ ਜਾਂਦੇ ਉਹ ਕਿਹੜੀ ਪਾਰਟੀ ਦੇ ਹੈ। ਫਿਰ ਕੇਰਲਾ ਅੱਗੇ ਆਉਂਦਾ, ਫਿਰ ਤਮਿਲਨਾਡੂ ਵਾਸਤੇ ਲੜਦੇ, ਫਿਰ ਆਂਧਰਾ ਵਾਸਤੇ ਲੜਦੇ ਆ, ਫਿਰ ਬੰਗਾਲ ਦੇ ਹੁੰਦੇ ਸਾਰੇ। ਅਸੀਂ ਇਹ ਦੇਖਦੇ ਰਹਿੰਦੇ ਹਾਂ, ਨਹੀਂ ਇਕੱਲੇ ਨੂੰ ਕਰ ਲੈਣ ਦੇ, ਮੇਰੀ ਇਹਦੇ ਨਾਲ ਬਣਦੀ ਨਹੀਂ, ਨਾ ਇਹਦੇ ਨਾਲ ਤਾਂ ਸਾਡੀ ਲੜਾਈ ਹੈ ਉੱਥੇ ਸਟੇਟ 'ਚ। ਸੋ ਇਹ ਮਤਭੇਦ ਜਿਹੜੇ ਨੇ ਉਹ ਬਾਅਦ ਦੇ ਵਿੱਚ ਹੋ ਜਾਂਦੇ ਨੇ। ਜੇ ਅੱਜ ਪੰਜਾਬ ਨੂੰ ਕੋਈ ਦਰਪੇਸ਼ ਮੁਸ਼ਕਲਾਂ ਨੇ ਸੈਂਟਰ 'ਚ, ਤਾਂ ਲੋਕ ਸਭਾ ਦੇ ਵਿੱਚ ਜਿਸ ਆਮ ਆਦਮੀ ਪਾਰਟੀ ਦਾ ਕੋਈ ਸੰਸਦ ਹੈ ਨਹੀਂ, ਤਾਂ ਕਾਂਗਰਸ ਜਿਹੜੀ ਹੈ ਉਹ ਪੰਜਾਬ ਨੂੰ ਰਿਪਰੈਜ਼ੈਂਟ, ਕਿਉਂਕਿ ਵਿਰੋਧੀ ਧਿਰ 'ਚ ਹੈ ਕਾਂਗਰਸ, ਤਾਂ ਉਹ ਪੰਜਾਬ ਦੀ ਸਰਕਾਰ ਨੂੰ ਜਿਹੜੀਆਂ ਮੁਸ਼ਕਲਾਂ ਸੈਂਟਰ ਵੱਲੋਂ ਆ ਰਹੀਆਂ ਨੇ ਉਹਦੇ ਬਾਰੇ ਆਵਾਜ਼ ਉਠਾ ਸਕਦੇ ਨੇ। ਕੱਲ ਮਨੀਸ਼ ਤਿਵਾੜੀ ਜੀ ਨੇ ਆਵਾਜ਼ ਉਠਾਈ ਸੀ, ਮੈਂ ਉਹਨਾਂ ਨੂੰ ਡਿਟੇਲ ਦਿੱਤੀ ਸੀ ਕਿ ਆਹ ਮਸਲਾ ਹੈ ਜੀ, ਕਿ ਸਾਨੂੰ ਕਹਿੰਦੇ ਉੜੀਸਾ ਤੋਂ ਪਹਿਲਾਂ ਟਰੱਕਾਂ 'ਚ ਭਰ ਕੇ ਉਹਨੂੰ ਪ੍ਰਦੀਪਪੁਰੀ ਬੰਦਰਗਾਹ ਤੇ ਲੈ ਕੇ ਜਾਓ, ਉਹ ਤੋਂ ਬਾਅਦ ਉਹਨੂੰ ਜਹਾਜ਼ 'ਚ ਲੱਦੋ, ਸਮੁੰਦਰੀ ਜਹਾਜ਼ 'ਚ ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਮੁੰਦਰਾ ਏਅਰਪੋਰਟ ਤੇ ਆਓ, ਉੱਥੇ ਲਾਹੋ, ਫਿਰ ਉਹਨੂੰ ਟ੍ਰੇਨ 'ਚ ਲੱਦੋ, ਫਿਰ ਲੈ ਜਾਓ। ਮਤਲਬ ਇਹ ਸਿਰਫ ਦੋ ਸਟੇਟਾਂ ਨੂੰ ਕੀਤਾ ਸਰ, ਇੱਕ ਰਾਜਸਥਾਨ ਇੱਕ ਪੰਜਾਬ, ਕਿਉਂਕਿ ਦੋਨੇ ਸਟੇਟਾਂ ਨਾਨ ਬੀਜੇਪੀ ਗਵਰਨਮੈਂਟ। ਗੁਜਰਾਤ ਨੂੰ ਤਾਂ ਉਹਨਾਂ ਨੇ ਕਹਿਣ ਨੂੰ ਕਰਤਾ ਵੀ ਵਿੱਚ ਗੁਜਰਾਤ ਵੀ ਪਾ ਲਓ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਨੇ ਉਹ ਤੋਂ ਬਾਅਦ ਵੀ ਬੀਜੇਪੀ ਵਾਲੇ ਜਿਹੜੇ ਨੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਰਿਪਰੈਜ਼ੈਂਟ ਕਰ ਦਾਂਗੇ ਪੰਜਾਬ ਨੂੰ ਕਿਸੇ ਪੱਖ ਤੋਂ। ਆਲਰੇਡੀ ਕਰਜ਼ੇ ਥੱਲੇ ਦਬੀ ਹੋਈ ਸਟੇਟ ਹੈ, ਔਰ ਉਸ ਕੋਲੇ ਨਾਲ ਅਸੀਂ ਕਿਹੜਾ ਉਸ ਕੋਲੇ ਨਾਲ ਕੋਈ ਬਲੈਕ ਕਰਦੇ ਹਾਂ ਉਹਦੀ, ਜਾਂ ਕੋਈ ਅਸੀਂ ਉਸ ਕੋਲੇ ਨਾਲ ਬਿਜਲੀ ਪੈਦਾ ਕਰਦੇ ਹਾਂ, ਉਹ ਬਿਜਲੀ ਨਾਲ ਅਸੀਂ ਤੁਹਾਡੇ ਵਾਸਤੇ ਅਨਾਜ ਪੈਦਾ ਕਰਦੇ ਹਾਂ ਸਾਰੇ ਮੁਲਕ ਵਾਸਤੇ। ਸੋ ਘੱਟੋ ਘੱਟ ਇਹ ਤਾਂ ਹੋਵੇ ਨਾ ਕਿ ਸਿੱਧੇ ਅਸੀਂ ਉੜੀਸਾ ਤੋਂ ਪੰਜਾਬ ਆ ਸਕੀਏ ਬਾਇਆ ਸ਼੍ਰੀਲੰਕਾ ਨਾ ਆਏ। ਤਾਂ ਇਸ ਮੁੱਦੇ ਤੇ ਸਾਥ ਮਿਲਿਆ, ਮੈਂ ਬਹੁਤ ਧੰਨਵਾਦ ਕਰਦਾ ਇਸ ਮਾਮਲੇ 'ਚ। ਜਿਹੜੇ ਆਪੋਜੀਸ਼ਨ ਦੇ LOP ਸਾਹਿਬ ਨੇ ਕਿਹਾ ਕਿ ਪੰਜਾਬ ਦੇ ਮਾਮਲੇ ਦੇ ਵਿੱਚ, ਪੰਜਾਬ ਦੇ ਮਾਮਲਿਆਂ 'ਚ ਹਮੇਸ਼ਾ ਅਸੀਂ ਇੱਕ ਰਵਾਂਗੇ। ਸੋ ਕਈ ਵਾਰੀ ਸਕੇ ਭਾਈਆਂ 'ਚ ਵੀ ਤਕਰਾਰ ਹੋ ਜਾਂਦਾ, ਕੰਧ ਵੀ ਕੱਢ ਲੈਂਦੇ ਆ ਉਹ ਵਿਚਾਲੇ ਆਪਣੇ ਘਰ ਦੇ, ਔਰ ਕੋਲੇ ਖੜ ਕੇ ਮਿਸਤਰੀ ਤੇ ਕਹਿੰਦੇ ਨੇ ਦੋ ਰਦੇ ਹੋਰ ਲਾ ਦੇ, ਹਜੇ ਸਿਰ ਦਿਖਦਾ ਉਹਦਾ ਤੁਰਦੇ ਦਾ, ਮੈਨੂੰ ਸਿਰ ਨਾ ਦਿਖੇ ਉਧਰਲੇ ਪਾਸੇ ਕੌਣ ਤੁਰਿਆ ਫਿਰਦਾ। ਤੇ 6 ਮਹੀਨੇ ਬਾਅਦ ਉਸੇ ਕੰਧ 'ਚੋਂ ਇੱਕ ਇੱਟ ਕੱਢ ਲੈਂਦੇ ਨੇ ਕਿ ਥੋੜਾ ਦਾਲ ਦੀ ਕੌਲੀ ਵਗੈਰਾ ਇੱਕ ਦੂਜੇ ਨੂੰ ਬਟਾਉਣ ਲਈ। ਸਾਲ ਸਵਾ ਸਾਲ ਬਾਅਦ ਉਸੇ ਕੰਧ ਦੇ ਵਿੱਚ ਇੱਕ ਗੇਟ ਲੱਗ ਜਾਂਦਾ ਆਉਣ ਜਾਣ ਲਈ, ਕਿਉਂਕਿ ਉਹ ਤੱਕ ਉਹ ਜਿਹੜੀਆਂ ਦੁਸ਼ਮਣੀਆਂ ਵਾਲੇ ਉਹ ਹੁੰਦੇ ਨੇ ਤੱਤ ਪੈਦਾ, ਜਿਹੜੇ ਉਹ ਠੰਡੇ ਹੋ ਜਾਂਦੇ ਨੇ। ਤੇ ਤੁਸੀਂ ਸੁਣਿਆ ਕਿ ਪੰਜਾਬ CM ਕਹਿ ਰਹੇ ਨੇ ਕਿ ਲੋਕੀ ਵੇਖੇ ਜਾਂਦੇ ਨੇ ਕਿ ਕਿੱਥੇ ਸੱਤਾ ਸਿਰ ਤੇ ਨਾ ਚੜ ਗਈ, ਪਰ ਦੂਜੇ ਪਾਸੇ ਆਪੋਜੀਸ਼ਨ ਲੀਡਰ ਜਿਹੜੇ ਹਨ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦਾ ਕਹਿਣਾ ਹੈ ਕਿ ਮੰਤਰੀਆਂ ਦਾ, ਵਿਧਾਇਕਾਂ ਦਾ ਰਾਬਤਾ ਹੋਣਾ ਬਹੁਤ ਜ਼ਰੂਰੀ ਆ। ਉਹਨਾਂ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜਿਹੜੇ ਮੰਤਰੀ ਹਨ ਉਹਨਾਂ ਮੰਤਰੀਆਂ ਦਾ ਸੰਬੰਧਿਤ ਵਿਭਾਗ ਮਹਿਕਮੇ ਨਾਲ ਜਿਹੜਾ ਜੁੜਾਵ ਹੋਣਾ ਚਾਹੀਦਾ, ਉਹਦੀ ਪਕੜ ਚੰਗੀ ਜ਼ਰੂਰੀ ਆ। ਤੇ ਇਸ ਦੇ ਨਾਲ ਵੀ ਉਹਨਾਂ ਨੇ ਹੋਰ ਕਈ ਤਜਰਬੇ ਸਾਂਝੇ ਕੀਤੇ ਤੇ ਇੱਕ ਮੰਤਰੀ ਦਾ ਉਹਨਾਂ ਨੇ ਕਿੱਸਾ ਵੀ ਦੱਸਿਆ, ਹਾਲਾਂਕਿ ਕਿੰਨੀ ਕੀ ਜ਼ਿਆਦਾ ਉਹਨਾਂ ਦੀ ਪਕੜ ਸੀ ਨਾ ਤਾਂ ਖੈਰ ਨਹੀਂ ਦੱਸਿਆ, ਪਰ ਇਹੋ ਜਿਹਾ ਅਕਸਰ ਹੁੰਦਾ, ਕਾਫੀ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ। ਲੇਕਿਨ ਅੱਜ ਹਕੀਕਤ ਦੇ ਵਿੱਚ ਪੰਜਾਬ ਨੂੰ ਲੀ ਤੇ ਲਿਆਉਣ ਦੇ ਲਈ ਪੰਜਾਬ CM ਦੀ ਤੁਸੀਂ ਗੱਲ ਕਹੀ, ਹੁਣ ਓਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣ ਲਓ। ਕਿ ਜਦੋਂ ਪਹਿਲਾ ਸੈਸ਼ਨ ਸੀ ਉਦੋਂ ਮੈਂ ਤੁਹਾਨੂੰ ਰਾਏ ਦਿੱਤੀ ਸੀ ਕਿ ਕਿਉਂਕਿ ਦਾਸ ਨੂੰ ਮੌਕਾ ਮਿਲਿਆ ਦੋਨੋਂ ਹਾਊਸਿਸ ਆਫ ਪਾਰਲੀਮੈਂਟ ਸਰਵ ਕਰਨ ਦਾ, ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਅਸੀਂ ਉੱਥੇ ਇਕੱਠੇ ਹੀ ਰਹੇ ਹਾਂ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਸਾਰੇ ਟੂਲਸ ਨੂੰ ਇਹ ਬਹੁਤ ਸੁਚੱਜੇ ਢੰਗ ਨਾਲ ਇਸਤੇਮਾਲ ਕਰਦੇ ਰਹੇ ਨੇ। ਇੱਕੋ ਟੂਲ ਰਹਿ ਗਿਆ ਸੀ ਸਰਕਾਰ ਚਲਾਉਣ ਦਾ, ਉਹ ਇਹਨਾਂ ਨੂੰ ਹੁਣ ਮਿਲ ਗਿਆ। ਸਰਕਾਰਾਂ ਨੂੰ ਕੰਮ ਰੋਕਣ ਦਾ ਟੂਲ ਜਿਹੜਾ ਸੀ ਉਹ ਤੇ ਬਿਹਤਰੀਨ ਚਲਾਇਆ, ਉਹ ਹੁਣ ਤੁਸੀਂ ਸਾਨੂੰ ਫੜਾਤਾ। ਤੋ ਇਸ ਗੱਲ ਕਾਰਨ ਦੋਨਾਂ ਦਾ ਤਾਲਮੇਲ ਆਪਸ 'ਚ ਹੋਣਾ ਡੈਮੋਕ੍ਰੇਸੀ ਵਾਸਤੇ ਬਹੁਤ ਜ਼ਰੂਰੀ, ਜਿੰਨਾ ਜ਼ਰੂਰੀ ਰੂਲਿੰਗ ਪਾਰਟੀ 'ਚ ਰਹਿਣਾ ਉਨਾ ਹੀ ਜ਼ਰੂਰੀ ਆਪੋਜੀਸ਼ਨ ਦਾ ਰੋਲ ਹੈ, ਕਿਉਂਕਿ ਅਸੀਂ ਹਮੇਸ਼ਾ ਕੁਰਾਏ ਜਾਂਦੀ ਹੋਈ ਗੱਡੀ ਨੂੰ ਰਾਹ ਵਿਖਾਉਣਾ ਹੁੰਦਾ। ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਣਗੀਆਂ ਤਾਂ ਹੀ ਡੈਮੋਕ੍ਰੇਸੀ ਵਧੇਗੀ, ਫੁੱਲੇਗੀ। ਤੋ ਇੱਥੇ 4 ਅਜ਼ੀਮ ਪਰਸਨੈਲਿਟੀਜ਼ ਬੈਠੀਆਂ ਨੇ ਮੰਚ ਉੱਤੇ। ਮਾਨ ਸਾਹਿਬ ਨਾਲ ਲਗਾਤਾਰ 10 ਸਾਲ ਉੱਥੇ ਪਾਰਲੀਮੈਂਟ 'ਚ ਇਕੱਠੇ ਕਰਨ ਦਾ ਮੌਕਾ, ਕੰਮ ਕਰਨ ਦਾ ਮੌਕਾ ਮਿਲਿਆ। ਬਹੁਤ ਨਜ਼ਦੀਕੀ ਰਿਲੇਸ਼ਨਸ਼ਿਪ ਵੀ ਰਹੀ ਹੈ।
ਵਿਰੋਧੀ ਵੀ ਇੱਕ ਸੀ, ਲੜਦੇ ਵੀ ਉੱਥੇ ਇਕੱਠੇ ਰਹੇ ਆ। ਇੱਥੇ ਗੱਲ ਵੱਖਰੀ ਹੈ ਕਿ ਇੱਕ ਦੂਜੇ ਦੇ ਵਿਰੋਧ 'ਚ ਆ ਕੇ ਸਾਹਮਣੇ ਇੱਕ ਦੂਜੇ ਦੇ ਸਾਹਮਣੇ ਬੈਠ ਗਏ। ਇਹਨੂੰ ਹੀ ਖੂਬਸੂਰਤੀ ਡੈਮੋਕ੍ਰੇਸੀ ਦਾ ਕਿਹਾ ਜਾਂਦਾ। ਸੰਧਵਾ ਸਾਹਿਬ ਇਹਨਾਂ ਦੇ ਪਰਿਵਾਰ ਨਾਲ ਪੁਰਾਣੇ ਤੋਲਕ ਨੇ, ਗਿਆਨੀ ਜੀ ਤੋਂ ਲੈ ਕੇ ਸਾਡੇ ਨਾਲ ਨਿੱਜੀ ਸੰਬੰਧ ਇਹ ਰੱਖਦੇ ਨੇ। ਡਾਕਟਰ ਨਿੱਜਰ ਸਾਹਿਬ ਮੇਰੇ ਸਕੂਲ 'ਚ ਮਾਨ ਸਾਹਿਬ 1 ਸਾਲ ਸੀਨੀਅਰ ਸਨ। ਹਾਂ, ਮੇਰੇ ਨਾਲ 1 ਸਾਲ PPS ਨਾਭਾ ਸੀਨੀਅਰ ਸੀ। ਤੋ ਇਸ ਗੱਲ ਕਾਰਨ ਤੁਸੀਂ ਪਾਰਲੀਮੈਂਟਰੀ ਅਫੇਅਰਸ ਦਾ ਮਿਨਿਸਟਰ ਹੀ ਉਹ ਚੁਣਿਆ ਜਿਹਦੀ ਸਾਨੂੰ ਅਖੀਰ ਜਿਹੜਾ ਵੀ ਹੁੰਦਾ ਉਹ ਸਾਨੂੰ ਮੰਨਣੀ ਪੈਂਦੀ, ਕਿਉਂਕਿ ਸਾਡੇ ਸੀਨੀਅਰ ਨੇ, ਵੱਡੇ ਭਾਈ ਨੇ। ਰੋੜੀ ਸਾਹਿਬ ਨੂੰ ਤੁਸੀਂ ਮੇਰੇ ਲਿਆ ਕੇ ਸੱਜੇ ਬਿਠਾ ਦਿੱਤਾ, ਉਹੀ ਸਾਨੂੰ ਬੰਨ੍ਹ ਕੇ ਰੱਖ ਲਿਆ ਤੁਸੀਂ। ਸੋ ਇਹ 4 ਅਜ਼ੀਮ ਸ਼ਖਸੀਅਤਾਂ ਉਹ ਨੇ। ਸੋ ਬਹੁਤ ਹੀ ਮੈਂ ਮੁਬਾਰਕ ਇਸ ਗੱਲ ਦੀ ਗਵਰਨਮੈਂਟ ਨੂੰ ਤੇ ਸਪੀਕਰ ਸਾਹਿਬ ਨੂੰ ਦੇਣਾ ਚਾਹੁੰਦਾ ਕਿ ਮੈਂ ਪਹਿਲੇ ਹੀ ਰਾਏ ਦਿੱਤੀ ਸੀ ਕਿ ਸਪੀਕਰ ਸਾਹਿਬ, ਜਦੋਂ ਅਸੀਂ ਵੀ 3 ਦਫਾ ਪਹਿਲੇ ਮੈਂ MLA ਰਿਹਾ, ਹੁਣ ਚੌਥੀ ਟਰਮ ਹੈ, ਅਸੀਂ ਵੀ ਭਲਵਾਨੀ ਗੇੜਾ ਹੀ ਲਾਉਂਦੇ ਹੁੰਦੇ ਸੀ। ਮਾਨ ਸਾਹਿਬ ਲਾਇਬ੍ਰੇਰੀ ਜਾਣ ਦੀ ਇੱਥੇ ਆਦਤ ਹੀ ਕਿਸੇ ਨੂੰ ਹੈ ਨਹੀਂ, ਨਾ ਕਿਸੇ ਮਿਨਿਸਟਰ ਨੂੰ ਹੈ। ਜਦੋਂ ਅਸੀਂ ਵੀ ਰਹੇ ਅਸੀਂ ਵੀ ਕਦੀ ਨਹੀਂ ਗਏ। ਮੌਕੇ ਤੇ ਤਿਆਰੀ ਕਰਨੀ, ਜੋ ਸਵਾਲ ਆ ਜਾਣਾ ਉਸ ਦਿਨ ਸਵੇਰੇ ਆਪਣੇ ਅਫਸਰ ਸਾਧਨ ਕਿ ਆ ਜਾਓ 8 ਵਜੇ, ਦੱਸੋ ਕਰਨਾ ਕੀ ਹੈ। 1-2 ਸਪਲੀਮੈਂਟਰੀਆਂ ਜੇ ਨਹੀਂ ਵੀ ਜਵਾਬ ਸੋਚਦਾ ਖੱਬੇ ਸੱਜੇ ਤੋੜ ਦੇਣਾ ਮੈਂਬਰ ਕੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜਾ ਸਪੈਸ਼ਲੀ ਤੁਸੀਂ ਹੁਣ ਉਪਰਾਲਾ ਕੀਤਾ ਐਂਡ ਸਪੈਸ਼ਲ ਜਿਹੜਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਹੈ, ਤਿਵਾੜੀ ਸਾਹਿਬ ਜਿਹੜੇ ਬਹੁਤ ਹੀ ਕਾਮਯਾਬ ਸਿਵਲ ਸਰਵੈਂਟ ਨੇ, ਉਹਨੂੰ ਕਰ ਰਹੇ ਨੇ। ਇਹ ਟ੍ਰੇਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ, ਸਪੈਸ਼ਲੀ ਮਿਨਿਸਟਰਸ ਵਾਸਤੇ ਵੀ, ਕਿਉਂਕਿ ਸਾਰੇ ਪਹਿਲੀ ਦਫਾ ਤੁਹਾਨੂੰ ਮੌਕਾ ਮਿਲਿਆ। ਬਹੁਤ ਵੱਡਾ ਫਤਵਾ ਤੁਹਾਡੇ ਹੱਕ 'ਚ ਪੰਜਾਬ ਨੇ ਦਿੱਤਾ ਹੈ। ਉਹੀ ਐਕਸਪੈਕਟੇਸ਼ਨਸ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਕੋਲੋਂ ਨੇ। ਮੈਂ ਗੁਜ਼ਾਰਿਸ਼ ਤੁਹਾਨੂੰ ਕਰੂੰਗਾ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮਾਨ ਸਾਹਿਬ ਤੁਹਾਨੂੰ ਵੀ ਪਤਾ ਹੈ, ਸਾਨੂੰ ਸਾਰਿਆਂ ਨੂੰ ਉੱਥੇ ਲੈਜਿਸਲੇਟਿਵ ਅਸਿਸਟੈਂਟਸ ਮਿਲੇ ਸੀ, ਲੈਂਪਸ ਅਸੀਂ ਕਹਿੰਦੇ ਸੀ ਉਹਨਾਂ। ਇਸ ਤਰ੍ਹਾਂ ਹੀ ਮੇਰੀ ਇੱਕ ਰਾਏ ਹੈ ਕਿ ਜੇ ਆਪਾਂ ਸਾਰੇ MLAs ਨੂੰ ਜਾਂ ਮਿਨਿਸਟਰਸ ਨੂੰ ਇੱਕ ਸਾਈਨ ਨਹੀਂ ਕਰ ਸਕਦੇ, ਤੇ 10-12 ਦਾ ਇੱਕ ਗਰੁੱਪ ਬਣਾ ਦਈਏ ਜਿਹੜਾ ਇੱਥੇ ਅਸੈਂਬਲੀ 'ਚ ਬੈਠਿਆ ਕਰੇ। ਜਿਸ MLA ਭਾਵੇਂ ਆਪੋਜੀਸ਼ਨ ਦੇ, ਭਾਵੇਂ ਰੂਲਿੰਗ ਵਾਲਿਆਂ ਨੇ ਜਾਂ ਮਿਨਿਸਟਰਸ ਨੇ, ਕੋਈ ਚੀਜ਼ ਤੇ ਵੀ ਬੋਲਣਾ, ਉਹਦੀ ਰਿਸਰਚ ਵਰਕ ਉਹ ਕਰਕੇ ਰਿਸਰਚ ਉਹ ਦੇਣ, ਸੋ ਦੈਟ ਉਹਨਾਂ ਦਾ ਕੰਮ ਸੌਖਾ ਹੋ ਸਕੇ। ਮਿਨਿਸਟਰਸ ਨੂੰ ਵੀ ਆਪਣੇ ਮਹਿਕਮੇ ਬਾਰੇ ਵੇਖੋ, ਕੋਈ ਵੀ ਜਦੋਂ ਇੱਥੇ ਆਂਦਾ ਪਹਿਲੇ ਹੱਥੋਂ ਕਿਸੇ ਨੂੰ ਵੀ ਕੋਈ ਤਜਰਬਾ ਨਹੀਂ, ਡਿਪਾਰਟਮੈਂਟ ਤੁਸੀਂ ਦੇਣੇ ਨੇ, ਉਦੋਂ ਉਹਨੂੰ ਸਮਝ ਆਣੀ ਸ਼ੁਰੂ ਹੁੰਦੀ ਕਿ ਪਤਾ ਕਰੀਏ। ਅੱਛਾ, ਜਿਹੜੇ ਅਫਸਰ ਨੇ, ਮਾਨ ਸਾਹਿਬ ਇਹ ਬੁਰਾ ਨਾ ਮਹਿਸੂਸ ਕਰਿਓ, ਇਹ ਵੀ ਬੜੇ ਪੜ੍ਹੇ ਲਿਖੀ ਕਲਾਸ ਹੈ, ਇਹਨਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮਿਨਿਸਟਰ ਨੂੰ ਨਾ ਹੀ ਸਮਝ ਆਏ ਤੇ ਕੰਮ ਤੁਹਾਡਾ ਸੈੱਟ ਰਹੇਗਾ, ਕਿਉਂਕਿ ਜਦੋਂ ਇਹਨਾਂ ਨੂੰ ਸਮਝ ਆ ਗਈ ਫਿਰ ਇਹਨਾਂ ਦੀ ਸੁਣਵਾਈ ਘਟ ਜਾਣੀ। ਜਿੰਨਾ ਚਿਰ ਮੰਤਰੀ ਨੂੰ ਸਮਝ ਨਾ ਆਉਂਦੀ ਰਹੀ, ਇਹਨਾਂ ਦੀ ਸੁਣਵਾਈ ਜਾਰੀ ਰਹਿਣੀ। ਤਾਂ ਇਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਮਿਨਿਸਟਰਸ ਨੂੰ ਪਹਿਲੇ ਆਪਣੇ ਮਹਿਕਮੇ ਤੇ ਪਕੜ ਹੋਣੀ ਚਾਹੀਦੀ। ਅਸੀਂ ਮਿਨਿਸਟਰ ਰਹੇ, ਪੜ੍ਹੇ ਲਿਖੇ ਸੀ, ਅਸੀਂ ਇਹ ਕੋਸ਼ਿਸ਼ ਕਰਦੇ ਰਹੇ ਇੱਕ ਲੋਕਾਂ ਨੂੰ ਇਹ ਦੱਸਣ ਦੀ ਕਿ ਸਾਨੂੰ ਸਾਰੀ ਜਾਣਕਾਰੀ, ਵਿੱਚ ਸਾਨੂੰ ਕੁਝ ਵੀ ਨਹੀਂ ਸੀ ਪਤਾ ਹੁੰਦਾ। ਅਫਸਰ ਵੀ ਸਾਨੂੰ ਕੋਈ ਨਹੀਂ ਸਮਝਾਉਂਦੇ, ਜਿਨ੍ਹਾਂ ਦਾ ਬੇਸਿਕ ਜਿਹੜਾ ਸੈਕਟਰੀ ਟੂ ਮਿਨਿਸਟਰ, ਉਹਦਾ ਬੇਸਿਕ ਰੋਲ ਹੈ ਕਿ ਜਿਹੜਾ ਸੈਕਟਰੀ ਹੈ, ਜਿਹਨੇ ਘੱਟ ਤੋਂ ਘੱਟ 20-25 ਸਾਲ ਦੇ ਤਜਰਬੇ ਤੋਂ ਬਾਅਦ ਗਵਰਨਮੈਂਟ ਦਾ ਸੈਕਟਰੀ ਬਣਿਆ ਐਂਡ ਦ ਮਿਨਿਸਟਰ ਇਜ਼ ਦੀ ਗਵਰਨਮੈਂਟ, ਉਹਨੂੰ ਸਾਰੇ ਮਹਿਕਮੇ ਦੀ ਰਾਏ ਦੇ। ਕਦੇ ਵੀ ਕਿਸੇ ਨੇ 4 ਚੀਫ ਮਿਨਿਸਟਰਸ ਨਾਲ ਦਾਸ ਨੂੰ ਮੌਕਾ ਮਿਲਿਆ ਐਜ਼ ਅ ਮਿਨਿਸਟਰ ਕੰਮ ਕਰਨ ਦਾ, ਬਟ ਕਿਸੇ ਇੱਕ ਵੀ ਸੈਕਟਰੀ ਨੇ ਕਦੀ ਮੈਨੂੰ ਆ ਕੇ ਆਪਣੇ ਡਿਪਾਰਟਮੈਂਟ ਬਾਰੇ ਹੋਲਿਸਟਿਕ ਵਿਊ, ਜਿਹੜਾ ਬਰਡਸ ਵਿਊ ਹੁੰਦਾ, ਉਹ ਕਦੀ ਨਹੀਂ ਦਿੱਤਾ। ਉਹਨਾਂ ਦੀ ਕੋਸ਼ਿਸ਼ ਇਹ ਸੀ, ਮੈਨੂੰ ਯਾਦ ਹੈ ਇੱਕ ਸਾਡੇ ਅਨਫੋਰਚੂਨੇਟਲੀ ਬੜੇ ਪੁਰਾਣੇ ਤਜਰਬੇਕਾਰ ਮਿਨਿਸਟਰ ਰਹੇ ਨੇ, ਕਿਸੇ ਹੋਰ ਜਮਾਤ ਵਿੱਚ ਸਨ, ਨਾ ਤੁਹਾਡੀ ਨਾ ਮੇਰੀ, ਬਟ ਬਹੁਤ ਪਿਛਲੇ ਦਿਨੀ ਪਰਮਾਤਮਾ ਨੂੰ ਸਵਰਗ ਸਿਧਾਰ ਗਏ ਹੋ। ਉਹਨਾਂ ਨੂੰ ਮਹਿਕਮਾ ਦੇ ਦਿੱਤਾ ਕੋਆਪਰੇਟਿਵਸ ਦਾ। ਉਹਨਾਂ ਨੇ ਆਪਣੇ ਸੈਕਟਰੀ ਨੂੰ ਸੱਦ ਕੇ ਇਹ ਗੱਲ ਕਹੀ ਕਿ ਕਾਕਾ ਮੈਂ ਤੇ 10ਵੀਂ ਪੜ੍ਹਿਆ, ਹੁਣ ਮੇਰੇ ਕੋਲ ਦਸਖਤ ਉੱਥੇ ਕਰਾ ਦੀ ਜਿੱਥੇ ਮੈਨੂੰ ਕਿਤੇ ਅੰਦਰ ਨਾ ਕਰਵਾ ਦੀ, ਕਿ ਮੇਰੇ ਕੋਲ ਦਸਖਤ ਮੇਰੇ ਉੱਥੇ ਹੀ ਕਰਾਈ ਜਿੱਥੇ ਕਿਤੇ ਮੇਰੇ ਅੰਦਰ ਦਾ ਰਾਹ ਨਾ ਕਿਤੇ ਖੋਲਦੀ, ਤੇ ਬਾਕੀ ਕੰਮ ਸਾਰੇ ਠੀਕ। ਸੋ ਗੱਲ ਇਹ ਸੀ ਕਿ ਇੱਥੋਂ ਤੱਕ ਅਸੀਂ ਆਪਣੀ ਬਿਊਰੋਕ੍ਰੇਸੀ ਤੇ ਆਪਣੇ ਅਫਸਰਾਂ ਤੇ ਨਿਰਭਰ ਹੋ ਜਾਂਦੇ ਹਾਂ। ਉਹ ਤਾਂ ਹੁੰਦੇ ਆ ਕਿਉਂਕਿ ਸਾਨੂੰ ਨਾ ਤੇ ਕੋਈ ਰਿਸਰਚ ਕਰਦਾ, ਨਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਨਾ ਆਪਾਂ ਹੀ ਸਮਝਣ ਦੀ ਕੋਸ਼ਿਸ਼ ਕਰੀ। ਮੇਰੀ ਅਗਲੀ ਰਾਏ ਸਪੀਕਰ ਸਾਹਿਬ ਤੁਹਾਨੂੰ ਇਹ ਹੋਏਗੀ, ਹਮੇਸ਼ਾ ਹੀ ਤੁਸੀਂ ਵੀ ਜਦੋਂ ਆਪੋਜੀਸ਼ਨ ਸੀ, ਮੈਨੂੰ ਪਤਾ ਹੈ ਭਾਵੇਂ ਮੈਂ ਦਿੱਲੀ ਸੀ, ਬਟ ਮੈਂ ਤੁਹਾਨੂੰ ਕਲੋਜ਼ਲੀ ਫੋਲੋ ਕਰਦਾ ਰਿਹਾ, ਤੁਹਾਡਾ ਵੀ ਜ਼ੋਰ ਹੁੰਦਾ ਸੀ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ।
ਪਿਛਲਾ ਵਿੰਟਰ ਸੈਸ਼ਨ ਹੀ ਮਿਸਿੰਗ ਹੋ ਗਿਆ। ਚਲੋ ਕੋਈ ਗੱਲ ਨਹੀਂ, 1 ਸਾਲ ਹੀ ਅਜੇ ਗੁਜ਼ਰਿਆ। ਮੈਨੂੰ ਪੂਰਨ ਐਕਸਪੈਕਟੇਸ਼ਨਸ ਨੇ ਤੁਹਾਡੇ ਕਿ ਆਪਾਂ ਤਿੰਨੋਂ ਸੈਸ਼ਨਸ, ਜਿਹੜਾ ਪਹਿਲਾ ਬਜਟ ਦਾ, ਫਿਰ ਮੌਨਸੂਨ ਹੈ, ਫਿਰ ਵਿੰਟਰ ਸੈਸ਼ਨ ਹੈ, ਇਹ ਜ਼ਰੂਰ ਕਰਿਆ ਕਰੀਏ। ਲੰਬਾ ਨਾ ਸਹੀ 15-15 ਦਿਨ ਮਾਨ ਸਾਹਿਬ ਜ਼ਰੂਰੀ ਚਾਹੀਦੇ। ਇੱਕ ਤੇ ਐਮਐਲਏਜ਼ ਨੂੰ, ਮਿਨਿਸਟਰਸ ਦੀ ਵੀ ਬਹੁਤ ਹੱਦ ਤੱਕ ਟਾਈਮ, ਜੇ ਇੱਥੇ ਬੈਠੋਗੇ ਸਵਾਲ ਆਣਗੇ, ਸਵਾਲਾਂ ਦੇ ਜਵਾਬ ਵਾਸਤੇ ਰਿਸਰਚ ਹੋਏਗੀ, ਪੜ੍ਹ ਲਿਖਣਗੇ, ਆਪਣਾ ਕੰਮ ਜਾਣ ਸਕਣਗੇ। ਫਿਰ ਇੰਪੋਰਟੈਂਟ ਟੂਲਸ ਜਿਸ ਤਰ੍ਹਾਂ ਹੁਣ ਪਿਛਲੇ ਸੈਸ਼ਨ 'ਚ ਮਾਨ ਸਾਹਿਬ, ਮੈਂ ਰਾਏ ਦੇਣਾ ਇੱਥੇ ਚਾਹੁੰਦਾ ਸਪੀਕਰ ਸਾਹਿਬ ਨੂੰ ਕਿ ਤੁਸੀਂ ਅਜੇ ਚੰਦ ਦਿਨਾਂ ਬਾਅਦ ਆਪਣਾ ਬਜਟ ਸੈਸ਼ਨ ਬੁਲਾਉਣਾ। ਸਵਾਲ ਕਰਨਾ ਜਿਹੜਾ ਸਾਰਿਆਂ ਨੂੰ ਇੰਪੋਰਟੈਂਟ ਚੀਜ਼ ਆ, ਸਾਡੇ ਜਿਹੜੇ ਟੂਲਸ ਦਾ ਤੁਸੀਂ ਗੱਲ ਕੀਤੀ, ਕੁਐਸਚਨ ਆ ਰਿਹਾ। ਪਿਛਲੇ ਸੈਸ਼ਨ ਦੇ ਵਿੱਚ ਕੁਐਸਚਨ ਆ ਰਹੀ ਮਿਸਿੰਗ ਸੀ, ਕਿਉਂਕਿ ਇੱਕੋ ਦਮ ਪੈਰ ਤੇ ਆਪਾਂ ਸੈਸ਼ਨ ਬੁਲਾ ਲਿਆ। 15 ਦਿਨ ਦਾ ਪ੍ਰਾਇਰ ਨੋਟਿਸ ਚਾਹੀਦਾ। ਇਹ ਵੀ ਕਿਰਪਾ ਕਰਕੇ ਹੁਣ ਸੈਸ਼ਨ ਬੁਲਾਣਾ, ਤੁਸੀਂ ਇੱਕ ਅੱਧੇ ਦਿਨ 'ਚ ਇਹਦੀ ਅਨਾਉਂਸਮੈਂਟ ਕਰ ਲਓ। ਤੇ ਮੇਰੀ ਇੱਕ ਰਾਏ ਹੋਏਗੀ ਸਪੀਕਰ ਸਾਹਿਬ ਨੂੰ ਕਿ ਇਹ ਜਿਹੜੇ 15 ਦਿਨ ਸੀ, ਇਹ ਪੁਰਾਣਾ ਵਕਤ ਸੀ। ਹੁਣ ਤੇ ਡਿਜੀਟਲ ਟੂਲਸ ਆ ਗਏ ਨੇ, ਅਫਸਰਾਂ ਨੂੰ ਬਹੁਤਾ ਟਾਈਮ ਨਹੀਂ ਚਾਹੀਦਾ ਪ੍ਰਿਪੇਅਰ ਕਰਨ ਵਾਸਤੇ। ਵਿਦਨ ਮਿੰਟਸ WhatsApp ਤੇ ਬਾਕੀ ਚੀਜ਼ਾਂ ਤਹਿਸੀਲ ਲੈਵਲ ਤੋਂ ਵੀ ਜੇ ਕੋਈ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਵਿਦਨ ਮਿੰਟਸ ਆ ਜਾਂਦੀ। ਇਹ 7 ਦਿਨ ਕਰ ਦਿੱਤਾ ਜੇ ਸਪੀਕਰ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ, 7 ਦਿਨ ਆਪਾਂ ਕਰੀਏ। ਇਹਦੇ ਵਿੱਚ ਜਿਹੜੇ ਪਹਿਲੇ 15 ਦਿਨ ਦਾ ਨੋਟਿਸ ਸੀ ਉਹਨੂੰ ਘਟਾ ਦਿੱਤਾ ਜਾਏ। ਇੱਕ ਬੜੀ ਸਪੀਕਰ ਸਾਹਿਬ ਤੁਹਾਡੇ ਨੋਟਿਸ ਲੈ ਕੇ ਆਣਾ ਚਾਹੁੰਦਾ ਮੈਂ। ਡਾਕਟਰ BR ਅੰਬੇਦਕਰ ਸਾਹਿਬ ਜਿਹੜੇ ਨਿਰਮਾਤਾ ਸੀ ਕਨਸਟੀਟਿਊਸ਼ਨ, ਉਹਨਾਂ ਦਾ ਮੰਨਣਾ ਸੀ ਕਿ ਪਾਰਲੀਮੈਂਟ ਜਿਹੜੀ ਵੈਸਟਰਨ ਪਾਰਲੀਮੈਂਟਸ ਵੀ ਸਾਰੀਆਂ ਤਕਰੀਬਨ, ਮਾਨ ਸਾਹਿਬ ਤੁਹਾਨੂੰ ਯਾਦ ਹੋਏਗਾ, ਸਾਲ 'ਚ 120 ਦਿਨ ਮਿਲਦੀ ਐਵਰੇਜ ਸਾਰੀ। ਤੇ ਤੁਸੀਂ ਸੁਣਿਆ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀ ਕੁਝ ਕਿਹਾ, ਕਿਵੇਂ ਆਪਣੇ ਜਜ਼ਬਾਤ ਤੇ ਵਿਚਾਰ ਸਾਂਝਾ ਕੀਤੇ। ਪਰ ਦੂਜੇ ਪਾਸੇ ਦੱਸ ਦਈਏ ਕਿ ਕੁਲਤਾਰ ਸਿੰਘ ਸੰਧਵਾ ਜੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਨ, ਉਹਨਾਂ ਨੇ ਵੀ ਕਿਹਾ ਕਿ ਕੁੜੱਤਣ ਵਾਲੀਆਂ ਗੱਲਾਂ ਪੰਜਾਬ ਵਿਧਾਨ ਸਭਾ ਦੇ ਨਹੀਂ ਅੰਦਰ ਹੋਣਾ ਚਾਹੀਦੀਆਂ, ਕਿਉਂਕਿ ਵੱਖ-ਵੱਖ ਵੇਲੇ ਤੇ ਤੁਸੀਂ ਵੇਖਿਆ ਹੋਣਾ, ਚਾਹੇ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਸੂਬੇ ਦੇ ਵਿੱਚ, ਉਸ ਦਰਮਿਆਨ ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ, ਬਾੜਾ ਹੀ ਰੋਲਾ ਹੁੰਦਾ ਸੀ। ਤੇ ਕਈ ਵਾਰੀ ਤਾਂ ਰੋਲਾ ਇੱਥੇ ਤੱਕ ਵੱਧ ਜਾਂਦਾ ਸੀ ਕਿ ਲੋਕਾਂ ਨੂੰ ਜਾਂ ਤਾਂ ਕੁਰਸੀਆਂ ਛੱਡ ਕੇ ਬਾਹਰ ਆ ਜਾਂਦੇ ਸੀ ਤੇ ਉਹ ਤਸਵੀਰਾਂ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਸੀ, ਤੇ ਜਾਂ ਤਾਂ ਮੈਂ ਤੂੰ ਇੱਥੇ ਤੱਕ ਕਿ ਇੱਕ ਦੂਜੇ ਦੇ ਪ੍ਰਤੀ ਜਿਹੜੇ ਸ਼ਬਦਾਵਲੀ ਵਿਧਾਨ ਸਭਾ ਦੇ ਅੰਦਰ ਵਰਤੀ ਜਾਂਦੀ ਸੀ, ਉਹ ਵੀ ਖੈਰ ਦੱਸਣਯੋਗ ਨਹੀਂ ਹੁੰਦੀ। ਕਾਫੀ ਸੂਬਿਆਂ ਦੀ ਵਿਧਾਨ ਸਭਾ ਦੀਆਂ ਤਸਵੀਰਾਂ ਜਦੋਂ ਚਰਚਾ ਦੇ ਵਿੱਚ ਆਉਂਦੀਆਂ ਨੇ ਤਾਂ ਇਸੇ ਕਰਕੇ ਆਉਂਦੀਆਂ ਨੇ ਕਿ ਕਿਸੇ ਤੇ ਕਾਲਕ ਸੁੱਟ ਦਿੱਤੀ, ਕਿਸੇ ਨੇ ਪੇਜ ਸੁੱਟ ਦਿੱਤੇ, ਕੋਈ ਟੇਬਲ ਤੇ ਚੜ ਗਿਆ। ਪਰ ਇੱਥੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ, ਚਰਿੱਤਰ ਦਾ ਹਵਾਲਾ ਕਰਦੇ ਹੋਏ, ਕਿ ਚੰਗਾ ਚਰਿੱਤਰ ਦਾ ਵੀ ਇਸ ਤੋਂ ਨਿਰਮਾਣ ਹੁੰਦਾ, ਸਹਿਜ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਗੱਲ ਰੱਖਣੀ ਚਾਹੀਦੀ ਆ। ਤੇ ਹੋਰ ਵੀ ਕਾਫੀ ਕੁਝ ਉਹਨਾਂ ਨੇ ਕਿਹਾ, ਕਿਉਂਕਿ ਸਿੱਧੇ ਤੌਰ ਤੇ ਪੰਜਾਬ CM ਦਾ ਵੀ ਜਿਵੇਂ ਕਿ ਤੁਸੀਂ ਬਿਆਨ ਸੁਣਿਆ, ਉਹਨਾਂ ਨੇ ਕਿਹਾ ਕਿ ਸਪੀਕਰ ਸਭ ਦਾ ਸਾਂਝਾ ਹੁੰਦਾ ਹੈ ਤੇ ਸਪੀਕਰ ਜਿਹੜਾ ਉਹ ਪੂਰਾ ਨਿਰਪੱਖ ਤਰੀਕੇ ਨਾਲ ਜਿਹੜਾ ਉਹ ਕੰਮ ਕਰਦਾ ਹੈ। ਤੇ ਇਸ ਦੇ ਨਾਲ ਵੀ ਉਹਨਾਂ ਨੇ ਹੋਰ ਕਈ ਜਿਹੜਾ ਗੱਲਾਂ ਕਹੀਆਂ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪੱਖਪਾਤੀ ਰਵੱਈਆ ਹੋਵੇ ਤਾਂ ਉਹ ਲੋਕਾਂ ਲਈ ਜਾਂ ਲੋਕਤੰਤਰ ਲਈ ਚੰਗਾ ਨਹੀਂ ਹੁੰਦਾ। ਤੇ ਲੋਕਤੰਤਰ ਦਾ ਵੀ CM ਨੇ ਜ਼ਿਕਰ ਕੀਤਾ ਸੀ। ਲੇਕਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੀ ਕਹਿ ਰਹੇ ਨੇ, ਸੁਣਦੇ ਹਾਂ। ਕਿ ਜਿਹੜਾ ਓਰੀਐਂਟੇਸ਼ਨ ਪ੍ਰੋਗਰਾਮ ਹੈ ਉਹਦੇ ਦੁਆਰਾ ਤੁਸੀਂ ਪਹਿਲਾਂ ਹੀ ਜ਼ਿੰਦਗੀ ਦੇ ਵਿੱਚ ਬੜੇ ਸੰਘਰਸ਼ਾਂ ਵਿੱਚੋਂ ਲੰਘ ਕੇ ਤੁਸੀਂ ਇਸ ਪਵਿੱਤਰ ਸਦਨ ਦੇ ਵਿੱਚ ਪਹੁੰਚੇ ਹੋ, ਔਰ ਪੰਜਾਬ ਦੇ ਲੋਕਾਂ ਦੀ ਤਵੱਕੋ ਹੈ, ਉਹਨਾਂ ਨੂੰ ਉਮੀਦ ਹੈ ਕਿ ਤੁਸੀਂ ਉਹਨਾਂ ਦੇ ਜਿਹੜੇ ਇਸ਼ੂਜ਼ ਹੈ, ਉਹਨਾਂ ਦਾ ਦੁੱਖ ਦਰਦ ਹੈ, ਉਹਨੂੰ ਇੱਥੇ ਚੰਗੀ ਤਰ੍ਹਾਂ ਰੱਖੋਗੇ, ਡਿਸਕਸ ਕਰੋਗੇ, ਔਰ ਸਾਡੇ ਮਾਣਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦਾ ਹੱਲ ਕਰਾਓਗੇ। ਸਾਥੀਓ, ਮਹਾਤਮਾ ਗਾਂਧੀ ਜੀ ਦਾ ਕਹਿਣਾ ਸੀ, ਲਿਵ ਐਜ਼ ਇਫ ਯੂ ਵਰ ਟੂ ਡਾਈ ਟੁਮਾਰੋ ਐਂਡ ਲਰਨ ਐਜ਼ ਇਫ ਯੂ ਵਰ ਟੂ ਲਿਵ ਫੋਰਐਵਰ। ਆਪਣੇ ਜੀਵਨ ਦੇ ਤਜਰਬਿਆਂ ਤੋਂ ਉਹਨਾਂ ਨੇ ਛੋਟੀ ਜਿਹੀ ਗੱਲ ਰਾਹੀਂ ਜੀਵਨ ਦਾ ਬਹੁਤ ਵੱਡਾ ਸਾਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਕਹਿਣਾ ਬਹੁਤ ਹੀ ਵਾਜਬ ਹੈ ਕਿ ਜ਼ਿੰਦਗੀ ਇੰਜ ਜੀਓ ਜਿਵੇਂ ਕੱਲ ਜੀਵਨ ਮੁੱਕ ਜਾਣਾ ਹੋਵੇ, ਕਿਉਂਕਿ ਜੇ ਸਾਨੂੰ ਕਿਤੇ ਪਤਾ ਲੱਗ ਜਾਵੇ ਕਿ ਕੱਲ ਅਸੀਂ ਨਹੀਂ ਰਹਿਣਾ ਤਾਂ ਸੋਚ ਕੇ ਵੇਖੋ ਅਸੀਂ ਸਿਰਫ ਅੱਜ ਦੇ ਦਿਨ ਵਿੱਚ ਹੀ ਕਿੰਨਾ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ, ਕਿੰਨਾ ਪਿਆਰ, ਕਿੰਨੇ ਲੋਕਾਂ ਨੂੰ ਮਿਲਣਾ, ਕਿੰਨੀ ਸੱਚਾਈ ਨਾਲ ਰਹਿਣਾ,
ਕਿੰਨੇ ਨੇਕੀ ਦੇ ਕੰਮ ਤੇ ਪਤਾ ਨਹੀਂ ਕਿੰਨੀਆਂ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰਾਂਗੇ। ਲਿਵ ਐਜ਼ ਇਫ ਯੂ ਵਰ ਟੂ ਡਾਈ ਟੁਮਾਰੋ। ਜੀਵਨ ਦਾ ਅੰਤ ਇੱਕ ਬੜੀ ਵੱਡੀ ਸੱਚਾਈ ਹੈ ਅਤੇ ਇਸ ਦੀ ਅਨਿਸ਼ਚਿਤਤਾ ਉਸ ਤੋਂ ਵੀ ਵੱਡੀ। ਇਸ ਸੋਚ ਤੇ ਪਹਿਰਾ ਦੇਣਾ ਹੀ ਸਾਨੂੰ ਇੱਕ ਸੰਪੂਰਨ ਇਨਸਾਨ ਬਣਾ ਸਕਦਾ ਹੈ ਅਤੇ ਆਪਣੇ ਜੀਵਨ ਦਾ ਹਰ ਦਿਨ ਇਸ ਸਿਧਾਂਤ ਤੇ ਜੀਣ ਦੀ ਕੋਸ਼ਿਸ਼ ਸਾਡੇ ਅੰਦਰ ਇੱਕ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ। ਇਸ ਕਥਨੀ ਦਾ ਦੂਜਾ ਹਿੱਸਾ ਸਾਡੇ ਓਰੀਐਂਟੇਸ਼ਨ ਪ੍ਰੋਗਰਾਮ ਤੇ ਪੂਰਾ ਢੁਕਵਾਂ ਬੈਠਦਾ ਹੈ। ਲਰਨ ਐਜ਼ ਇਫ ਯੂ ਆਰ ਟੂ ਲਿਵ ਫੋਰਐਵਰ। ਅਰਥਾਤ ਜ਼ਿੰਦਗੀ ਵਿੱਚ ਹਰ ਚੀਜ਼ ਬਾਰੇ ਇਸ ਤਰ੍ਹਾਂ ਗਿਆਨ ਅਰਜਿਤ ਕਰੀਏ, ਇੰਨਾ ਕੁਝ ਸਿੱਖੀਏ ਜਿਵੇਂ ਜੀਵਨ ਦਾ ਕਦੇ ਅੰਤ ਹੀ ਨਾ ਹੋਣਾ ਹੋਵੇ। ਇਹ ਵਿਹਾਰ ਸਾਨੂੰ ਹਰ ਪਲ ਵਿੱਚ ਸਦੀਆਂ ਜੀਣਾ ਸਿਖਾ ਦੇਗਾ। ਜਦੋਂ ਇਹ ਸੋਚ ਸਾਡੇ ਮਨ ਵਿੱਚ ਆ ਜਾਵੇ ਤਾਂ ਫਿਰ ਸਾਨੂੰ ਛੋਟਾ ਵੱਡਾ ਕੋਈ ਨਹੀਂ ਦਿਖੇਗਾ। ਸਾਨੂੰ ਹਰ ਪਾਸੇ ਹਰ ਰੂਪ ਵਿੱਚ ਚੱਲਦਾ ਫਿਰਦਾ ਗਿਆਨ ਹੀ ਦਿਖੇਗਾ ਅਤੇ ਅਸੀਂ ਉਸ ਨੂੰ ਅਰਜਿਤ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਤੇ ਦੱਸ ਦਈਏ ਕਿ ਹਰ ਕਿਸੇ ਨੇ ਆਪਣੇ ਜਜ਼ਬਾਤ ਅੱਜ ਦੇ ਟ੍ਰੇਨਿੰਗ ਸੈਸ਼ਨ ਦੇ ਵਿੱਚ ਜ਼ਾਹਿਰ ਕੀਤੇ। 2 ਦਿਨੀ ਇਹ ਟ੍ਰੇਨਿੰਗ ਸੈਸ਼ਨ ਹੋ ਰਿਹਾ ਤੇ ਹੁਣ ਇਸ ਟ੍ਰੇਨਿੰਗ ਸੈਸ਼ਨ ਤੋਂ ਕੌਣ ਕੀ ਸਿੱਖ ਕੇ ਜਾਂਦਾ ਤੇ ਆਉਂਦੇ ਦਿਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਸ ਦਾ ਕੀ ਅਸਰ ਨੂੰ ਵੇਖਣ ਨੂੰ ਮਿਲਦਾ ਹੈ, ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਲੇਕਿਨ ਇੰਦਰਵੀਰ ਸਿੰਘ ਨਿੱਜਰ ਮੰਤਰੀ ਵੀ ਹਨ ਪੰਜਾਬ ਸਰਕਾਰ 'ਚ, ਜਿੱਥੇ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ, ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਸੀ, ਪੰਜਾਬ ਸੀਐਮ ਵੀ ਮੌਜੂਦ ਸੀ, ਉਹਨਾਂ ਨੇ ਵੀ ਇਸ ਪਾਸੇ ਆਪਣੀ ਗੱਲ ਕਹੀ। ਪਰ ਦੂਜੇ ਪਾਸੇ ਇੰਦਰਵੀਰ ਸਿੰਘ ਨਿੱਜਰ ਉਹਨਾਂ ਨੇ ਸਿੱਧੇ ਤੌਰ ਤੇ ਸਾਫ਼ ਤੇ ਸਪਸ਼ਟ ਕਿਹਾ ਕਿ ਸੈਸ਼ਨ ਕੁਆਲਿਟੀ ਵਾਲਾ ਤੇ ਟਾਈਮ ਬਚਾਉਣ ਵਾਲਾ ਹੋਣਾ ਚਾਹੀਦਾ। ਮਤਲਬ ਕਿ ਸਿੱਧਾ ਉਹਨਾਂ ਦਾ ਜਿਹੜਾ ਵਰਡ ਸੀ ਉਹ ਸੀਗਾ ਕੁਆਲਿਟੀ ਟਾਈਮ, ਕਿਉਂਕਿ ਸੈਸ਼ਨ ਲੰਬਾ ਹੋਵੇ ਨਾ ਹੋਵੇ ਕੁਆਲਿਟੀ ਟਾਈਮ ਵਾਲਾ ਹੋਣਾ ਚਾਹੀਦਾ। ਇੰਦਰਵੀਰ ਨਿੱਜਰ ਸਾਹਿਬ ਨੇ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਮੈਂ ਤਾਂ ਕਦੇ ਪੰਜਾਬ ਵਿਧਾਨ ਸਭਾ ਜਾਂ ਅੰਦਰ ਨਹੀਂ ਆਇਆ ਸੀ, ਹਾਲਾਂਕਿ ਸੈਕਟਰੀਏਟ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਸੀ, ਪਰ ਜਦੋਂ ਉਹਨਾਂ ਨੂੰ ਪ੍ਰੋ ਟਾਈਮ ਸਪੀਕਰ ਲਗਾਇਆ ਗਿਆ ਤੇ ਉਹਨਾਂ ਨੇ ਜਦੋਂ ਸਹੁੰ ਚੁੱਕੀ ਹੈ, ਸਹੁੰ ਚੁਕਵਾਈ, ਤਾਂ ਉਹਨਾਂ ਨੂੰ ਜਿਹੜੇ ਸੀ ਉਹਨਾਂ ਨੇ ਸਾਰੇ ਤੌਰ ਤਰੀਕੇ ਸਿੱਖੇ। ਇਸ ਦੇ ਨਾਲ ਵੀ ਉਹਨਾਂ ਨੇ ਕਾਫੀ ਗੱਲਾਂ ਵਿਧਾਇਕਾਂ ਦੇ ਨਾਲ ਸਾਂਝਾ ਕੀਤੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਾਂਗੇ ਤੇ ਸਿੱਖ ਕੇ ਜਿਹੜਾ ਉਹ ਕੰਮ ਕਰਾਂਗੇ। ਤੇ ਹੋਰ ਕੀ ਕੁਝ ਕਿਹਾ ਉਹ ਵੀ ਇਸ ਟ੍ਰੇਨਿੰਗ ਸੈਸ਼ਨ ਦੇ ਦਰਮਿਆਨ ਆਓ ਸੁਣਦੇ ਹਾਂ। ਪੰਜਾਬ ਦੀ ਸੂਝਵਾਨ ਜਨਤਾ ਨੇ ਬਹੁਤ ਭਾਰੀ ਬਹੁਮਤ ਦੇ ਨਾਲ ਸਾਡੇ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਐਮਐਲਏ ਸਾਹਿਬਾਨ ਨੂੰ ਬਹੁਤ ਭਾਰੀ ਬਹੁਮਤ ਨਾਲ ਜਿਤਾ ਕੇ ਇੱਥੇ ਭੇਜਿਆ ਔਰ ਉਹ ਆਸ ਕਰਦੇ ਨੇ ਕਿ ਅਸੀਂ ਇੱਥੇ ਆ ਕੇ ਬੈਸਟ ਪਰਫਾਰਮ ਕਰੀਏ। ਜਿੰਨੀ ਸਾਡੀ ਕਾਬਲੀਅਤ ਹੈ ਅਸੀਂ ਉਸ ਤੋਂ ਵੱਧ ਚੰਗਾ ਪਰਫਾਰਮ ਕਰੀਏ, ਇਹ ਉਹਨਾਂ ਦੀ ਸਾਡੇ ਤੋਂ ਆਸ ਹੈਗੀ ਹੈ। ਤੇ ਪਰਫਾਰਮ ਕਰਨ ਲਈ ਸਾਨੂੰ ਨੌਲੇਜ ਰੱਖਣੀ ਬਹੁਤ ਲਾਜ਼ਮੀ ਹੈ। ਉਹ ਜਿਸ ਤਰ੍ਹਾਂ ਕਹਿੰਦੇ ਨਾ ਨੌਲੇਜ ਇਜ਼ ਪਾਵਰ, ਸੋ ਸਾਨੂੰ ਨੌਲੇਜ ਰੱਖਣੀ ਬਹੁਤ ਇੰਪੋਰਟੈਂਟ ਹੈ। ਇਸੇ ਲਈ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਆਯੋਜਿਤ ਕੀਤਾ ਗਿਆ ਔਰ ਮੈਨੂੰ ਆਸ ਹੈ ਕਿ ਜਦੋਂ ਅਸੀਂ ਵਾਪਸ ਜਾਵਾਂਗੇ 2 ਦਿਨਾਂ ਬਾਅਦ ਤੇ ਅਸੀਂ ਜਿੰਨਾ ਸਾਨੂੰ ਹੁਣ ਪਤਾ ਹੈ ਉਸ ਤੋਂ ਬਾਅਦ ਪਤਾ ਹੋਏਗਾ। ਇਨਫੈਕਟ ਮੈਨੂੰ ਬੜੀ ਖੁਸ਼ੀ ਹੋਈ ਹੈ ਬੜਾ ਫੁੱਲ ਹਾਊਸ ਵੇਖ ਕੇ ਅੱਜ, ਔਰ ਆਪੋਜੀਸ਼ਨ ਵੱਲੋਂ ਵੀ, ਹਾਲਾਂਕਿ ਬਹੁਤ ਸੇ ਸਾਡੇ ਜਿਹੜੇ ਹੈਗੇ ਨੇ ਐਮਐਲਏ ਸਾਹਿਬਾਨ ਟ੍ਰੇਜਰੀ ਬੈਂਚਸ ਵੀ ਆਪੋਜੀਸ਼ਨ ਵਿੱਚ ਵੀ ਉਹ ਦੂਜੀ ਵਾਰ ਜਿੱਤ ਕੇ ਆਏ ਨੇ, ਪਰ ਤਾਂ ਵੀ ਉਹਨਾਂ ਨੇ ਸੋਚਿਆ ਕਿ ਨਹੀਂ ਸਾਨੂੰ ਹੋਰ ਕੋਈ ਚੰਗੇ ਪੁਆਇੰਟਸ ਮਿਲ ਜਾਣ ਤਾਂ ਜ਼ਰੂਰ ਜਾਣਾ ਚਾਹੀਦਾ। ਉਹ ਇੱਕ ਹੈ ਨਾ ਕਹਿੰਦੇ ਆ ਕਿ ਇਟ ਇਜ਼ ਵਾਟ ਯੂ ਲਰਨ ਆਫਟਰ ਯੂ ਨੋ ਇਟ ਆਲ that matters। ਸੋ ਜਿਵੇਂ ਸਾਡੇ ਸਪੀਕਰ ਸਾਹਿਬ ਨੇ ਕਿਹਾ, ਲੈਂਡਡ ਸਪੀਕਰ ਸਾਹਿਬ ਨੇ ਕਿਹਾ ਕਿ ਸਿੱਖਣ ਦੀ ਕੋਈ ਸੀਮਾ ਨਹੀਂ ਹੈਗੀ ਔਰ ਸਾਰੀ ਉਮਰ ਬੰਦਾ ਸਿੱਖਦਾ ਰਹਿੰਦਾ। ਸੋ ਬੜੀ ਖੁਸ਼ੀ ਹੋਈ ਹੈ ਸਭ ਨੂੰ ਵੇਖ ਕੇ ਅੱਜ। ਮੈਨੂੰ ਯਾਦ ਹੈ ਪਿਛਲੇ ਸਾਲ ਮਾਰਚ ਵਿੱਚ ਮਾਨ ਸਾਹਿਬ ਦਾ ਫੋਨ ਆਇਆ ਸ਼ਾਮ ਨੂੰ, ਫੋਨ ਆਉਂਦੇ ਪਤਾ ਲੱਗ ਗਿਆ ਵੀ ਕੁਝ ਨਾ ਕੁਝ ਤੇ ਚਲੋ ਖਬਰ ਦੇਣਗੇ ਹੁਣ, ਤੇ ਕਹਿੰਦੇ ਕਿ ਡਾਕਟਰ ਨਿੱਜਰ ਤੁਹਾਨੂੰ ਅਸੀਂ ਪ੍ਰੋਟਮ ਸਪੀਕਰ ਬਣਾਇਆ। ਮੈਨੂੰ ਫਰੈਂਕਲੀ ਪਤਾ ਨਹੀਂ ਸੀ ਪ੍ਰੋਟਮ ਸਪੀਕਰ ਕੀ ਹੁੰਦਾ, ਤੇ ਕਹਿੰਦੇ ਤੁਸੀਂ ਸਾਨੂੰ ਸਭ ਨੂੰ ਸਹੁੰ ਚੁਕਾਉਣੀ ਹੈ। ਤੇ ਚਲੋ ਬੜੀ ਖੁਸ਼ੀ ਹੋਈ, ਸਭ ਨੂੰ ਖੁਸ਼ੀ ਹੁੰਦੀ ਹੈ ਕਿ ਪੋਜੀਸ਼ਨ ਮਿਲੇ ਤੇ ਖੁਸ਼ੀ ਦੇ ਨਾਲ ਹੀ ਫਿਰ ਡਰ ਲੱਗ ਗਿਆ ਵੀ ਕਰਨਾ ਕੀ ਹੈ, ਕਿਉਂਕਿ ਤੁਸੀਂ ਸ਼ਾਇਦ ਬਹੁਤ ਸਾਰੇ ਲੋਕ ਇੱਥੇ ਪਹਿਲਾਂ ਆਏ ਹੋ, ਸਦਨ ਪਹਿਲਾਂ ਆਏ ਹੋ, ਕਦੇ ਵੇਖੇ ਹੋ ਕਿਸੇ ਸੱਜਣ ਮਿੱਤਰ ਨਾਲ, ਕਿਸੇ ਐਮਐਲਏ ਨਾਲ, ਮਿਨਿਸਟਰ ਨਾਲ ਕਦੇ ਆਏ। ਮੈਂ ਕਦੇ ਨਹੀਂ ਸੀ ਆਇਆ, ਮੈਂ ਕਦੇ ਪ੍ਰੋਸੀਡਿੰਗ ਆਨਲਾਈਨ ਵੀ ਨਹੀਂ ਸੀ ਵੇਖੀਆਂ, ਕਦੇ ਸੈਕਟਰੀਏਟ ਮੈਂ ਸ਼ਾਇਦ 2 ਵਾਰੀ ਜ਼ਿੰਦਗੀ 'ਚ ਕਦੇ ਆਇਆ ਹੋਵਾਂ। ਸੋ ਫਿਰ ਇੱਥੇ ਆ ਕੇ ਜਦੋਂ ਸਹੁੰ ਚੁੱਕਣ ਤੋਂ ਬਾਅਦ ਮੈਂ ਆਫੀਸ਼ੀਅਲਸ ਨੂੰ ਕਿਹਾ ਮੈਨੂੰ ਪਲੀਜ਼ ਦੱਸ ਦਿਓ ਪ੍ਰੋਟੋਕੋਲ ਕੀ ਹੈ, ਕਿੱਥੇ ਉੱਠਣਾ ਹੈ, ਕਿੱਥੇ ਬੈਠਣਾ ਹੈ, ਤੇ ਉਹ ਸਭ ਸਿੱਖਣ ਦੇ ਬਾਅਦ ਮੇਰਾ ਹੌਸਲਾ ਵਧਿਆ। ਸੋ ਇਸੇ ਤਰ੍ਹਾਂ ਹੀ ਜਦੋਂ ਸਿੱਖ ਕੇ ਜਾਵਾਂਗੇ ਸਾਡਾ ਹੋਰ ਹੌਸਲਾ ਵਧੇਗਾ। ਔਰ ਅਸੀਂ ਬੜੇ ਲੱਕੀ ਹਾਂ ਕਿ ਸਾਡੇ ਕੋਲ ਨਵਾਂ ਤੇ ਪੁਰਾਣਾ ਬਲੱਡ ਦੋਨੋਂ ਹੈਗੇ ਆ, ਤਜਰਬਾ ਵੀ ਹੈਗਾ ਤੇ ਨਵੇਂ ਜਿਹੜੇ ਸਾਡੇ ਮੈਂਬਰ ਆਏ ਊਰਜਾ, ਇਹ એનર્ਜੀ ਨਾਲ ਭਰੇ ਪਏ ਨੇ। ਤੇ ਜਦੋਂ ਸੈਸ਼ਨ ਚੱਲਦਾ ਵੇਖੋ ਕਿੰਨੀ એનર્ਜੀ ਹੁੰਦੀ ਹੈ, ਹਾਊਸ ਇੱਕਦਮ ਲਾਈਵ ਹੋ ਜਾਂਦਾ, ਖਿੜ ਜਾਂਦਾ।
ਕਿਉਂਕਿ ਹਰ ਇੱਕ ਬੰਦੇ ਜੀ ਕਰਦਾ ਮੈਂ ਆਪਣੀ ਗੱਲ ਕਹਾਂ, ਚਾਹੇ ਉਹ ਠੀਕ ਤਰ੍ਹਾਂ ਕਹਿੰਦੇ ਆ ਜਾਂ ਬਹੁਤ ਠੀਕ ਤਰ੍ਹਾਂ ਨਹੀਂ ਕਹਿੰਦੇ, ਉਹ ਅੱਡ ਗੱਲ ਹੈ, ਲੇਕਿਨ ਊਰਜਾ ਹੈ। ਸੋ ਸਾਡੇ ਜਿਹੜੇ ਪੁਰਾਣੇ ਮੈਂਬਰ ਸਾਹਿਬਾਨ ਨੇ ਉਹ ਸਾਨੂੰ ਗਾਈਡ ਕਰਦੇ ਨੇ। ਮੈਨੂੰ ਯਾਦ ਹੈ ਮੈਂ ਉੱਥੇ ਮਨਜੀਤ ਸਿੰਘ ਗਲਾਸਪੁਰ ਦੇ ਨਾਲ ਬੈਠਾ ਹੁੰਦਾ ਸੀਗਾ ਤੇ ਇਹਨਾਂ ਨਿੱਕੀ ਨਿੱਕੀ ਗੱਲਾਂ ਦੱਸੀ ਜਾਣੀਆਂ ਕਿ ਹੁਣ ਸੀਐਮ ਸਾਹਿਬ ਉੱਠ ਗਏ ਆ, ਹੁਣ ਬਿਲਕੁਲ ਨਹੀਂ ਬੋਲਣਾ, ਸਾਰੇ ਬਹਿ ਜਾਓ, ਤੁਸੀਂ ਜਦੋਂ ਵੀ ਉੱਠਣਾ ਹੈ ਬੋ ਕਰਕੇ ਉੱਠਣਾ ਚੇਅਰ ਨੂੰ, ਕਦੇ ਪਿੱਠ ਨਹੀਂ ਦਿਖਾਉਣੀ, ਜਦੋਂ ਅੰਦਰ ਵਾਪਸ ਆਉਣਾ ਫਿਰ ਤੁਸੀਂ ਬੋ ਕਰਕੇ ਬੈਠਣਾ ਹੈ, ਕਦੇ ਤੁਸੀਂ ਇਹਨੂੰ ਕ੍ਰਾਸ ਨਹੀਂ ਕਰਨਾ, ਨਹੀਂ ਤੇ ਡਿਸਕੁਆਲੀਫਾਈ ਹੋ ਜਾਓਗੇ, ਆਪੋਜੀਸ਼ਨ ਸਾਈਡ ਤੇ ਨਹੀਂ ਜਾਣਾ। ਸੋ ਇਹ ਨਿੱਕੀ ਨਿੱਕੀ ਗੱਲਾਂ ਸਾਨੂੰ ਸਾਡੇ ਤਜਰਬੇਕਾਰ ਜਿਹੜੇ ਸਾਡੇ ਪੁਰਾਣੇ ਐਮਐਲਏ ਸਾਹਿਬਾਨ ਨੇ ਉਹ ਦੱਸਦੇ ਰਹੇ ਨੇ, ਔਰ ਇਹਦੀ ਬਹੁਤ ਲੋੜ ਸੀਗੀ, ਕਿਉਂਕਿ ਐਮਐਲਏ ਦਾ ਜਿਹੜਾ ਕੰਮ ਬੇਸਿਕ ਹੁੰਦਾ ਕਿ ਜਿਹੜੀ ਗਵਰਨੈਂਸ ਹੈ ਉਹਨੂੰ ਸਿੱਧਾ ਰਾਹ ਤੇ ਪਾਉਣਾ, ਨਵੀਂ ਪਾਲਿਸੀਜ਼ ਬਣਾਉਣੀਆਂ। ਸੋ ਇਸ ਕਰਕੇ ਸਾਨੂੰ ਸਭ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਗਵਰਨਮੈਂਟ ਦੀਆਂ, ਚਾਹੇ ਸੈਂਟਰਲ ਗਵਰਨਮੈਂਟ ਹੈ, ਚਾਹੇ ਸਾਡੀ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਹੈ, ਇਹਦੇ ਕਿਹੜੇ ਕਿਹੜੇ ਪੁਆਇੰਟਸ ਹੈਗੇ ਨੇ, ਕਿਹੜੇ ਕਿਹੜੇ ਪ੍ਰੋਗਰਾਮ ਹੈਗੇ, ਸਾਨੂੰ ਇਹਨਾਂ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ। ਤਾਂ ਹੀ ਅਸੀਂ ਪੂਰਾ ਫਾਇਦਾ ਲੈ ਕੇ ਇਹਨਾਂ ਦਾ ਤੇ ਆਪਣੇ ਲੋਕਾਂ ਤੱਕ ਜਿਨ੍ਹਾਂ ਸਾਨੂੰ ਇਲੈਕਟ ਕੀਤਾ ਉਹਨਾਂ ਨੂੰ ਪੂਰੇ ਫਾਇਦੇ ਦੇ ਸਕਾਂਗੇ। ਇਸੇ ਲਈ ਇਹ ਪ੍ਰੋਗਰਾਮ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਮੈਂ ਆਪ ਨੂੰ ਫਿਰ ਇਸ ਗੱਲ 'ਚ ਦੁਬਾਰਾ ਵਧਾਈ ਦਿੰਦਾ ਕਿ ਆਪ ਸਭ ਆਏ ਹੋ, ਔਰ ਆਪਣਾ ਜਿਹੜਾ ਟਾਈਮ ਅਸੀਂ ਲਗਾਉਂਦੇ ਹਾਂ, ਦੇਖੋ ਹਰ ਇੱਕ ਬੰਦਾ ਆਪਣਾ ਕੋਈ ਨਾ ਕੋਈ ਪ੍ਰੋਫੈਸ਼ਨ, ਕੋਈ ਧੰਦਾ, ਕੋਈ ਕਾਰੋਬਾਰ ਛੱਡ ਕੇ ਆਇਆ, ਇਸ ਲਈ ਕਿ ਅਸੀਂ ਸੋਚਦੇ ਸੀਗੇ ਕਿ ਅਸੀਂ ਚੰਗਾ ਕੰਮ ਕਰ ਸਕਦੇ ਹਾਂ, ਔਰ ਸਾਰੇ ਅਸੀਂ ਇਹ ਸੋਚ ਕੇ ਆਏ ਕਿ ਅਸੀਂ ਜਿਹੜੇ ਪਿਛਲੇ ਸੀ ਉਹਨਾਂ ਨੂੰ ਚੰਗਾ ਕੰਮ ਕਰ ਸਕਦੇ ਹਾਂ, ਨਹੀਂ ਤੇ ਅਸੀਂ ਉਹਨਾਂ ਨੂੰ ਐਕਸੈਪਟ ਕਰ ਲੈਂਦੇ। ਸੋ ਇਸ ਕਰਕੇ ਸਾਡੀ ਪਰਫਾਰਮੈਂਸ ਐਕਸਟਰਾਆਰਡੀਨਰੀ ਚੰਗੀ ਹੋਣੀ ਚਾਹੀਦੀ ਹੈ। ਜਿਹੜੀ ਮੈਂ ਗੱਲ ਤੇ ਪੁਆਇੰਟ ਕਰਨਾ ਚਾਹੁੰਦਾ ਸੀਗਾ ਉਹ ਇਹ ਹੈ ਕਿ ਜਦੋਂ ਅਸੀਂ ਬੋਲਦੇ ਹਾਂ ਤੇ ਸਾਨੂੰ ਵੀ ਸ਼ੁੱਡ ਨੋ ਅਸੀਂ ਬੈਸਟ ਪੋਸੀਬਲ ਕਿਸ ਤਰ੍ਹਾਂ ਡਿਲੀਵਰ ਕਰਨਾ ਹੈ। ਸਪੈਸ਼ਲੀ ਕੁਐਸਚਨ ਆਵਰ ਹੁੰਦਾ ਹੈ ਤੇ ਤੁਹਾਡੇ ਜਿਹੜੇ ਸਵਾਲ ਹੁੰਦੇ ਨੇ ਬੜੇ ਪੁਆਇੰਟਡ ਹੋਣੇ ਚਾਹੀਦੇ ਆ। ਸਲਾਹ ਕਰ ਲੈ ਕੋਈ ਸੀਨੀਅਰਸ ਨਾਲ, ਕਿਸੇ ਨਾਲ ਪੁੱਛ ਕੇ ਬਿਲਕੁਲ ਪੁਆਇੰਟਡ ਸਲਾਹ ਹੋਣੀ ਚਾਹੀਦੀ, ਕੁਐਸਚਨ ਤੁਹਾਡੇ ਹੋਣੇ ਚਾਹੀਦੇ, ਸਪਲੀਮੈਂਟਰੀ ਜਵਾਬ ਤੁਹਾਡਾ ਤੁਸੀਂ ਕੀ ਪੁੱਛਣਾ ਤਿਆਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਮਿਨਿਸਟਰ ਸਾਹਿਬਾਨ ਨੂੰ ਵੀ ਰਿਕੁਐਸਟ ਹੈ ਕਿ ਵੈਲ ਰਿਸਰਚ ਆਉਣਾ ਚਾਹੀਦਾ ਸਾਨੂੰ। ਮੈਨੂੰ ਇੱਕ ਦਿਨ ਦੱਸ ਰਹੇ ਸੀ ਕੋਈ ਸੀਨੀਅਰ ਬਿਊਰੋਕਰੈਟ ਦੱਸ ਰਹੇ ਸੀ, ਕਹਿੰਦੇ ਜਦੋਂ ਸਾਡੇ ਪਿਛਲੇ ਸੀਐਮ ਸਾਹਿਬ ਦਾ ਨਾਂ ਲੈ ਕੇ ਗੱਲ ਕਰ ਰਹੇ ਸੀਗੇ, ਕਹਿੰਦੇ ਜਦੋਂ ਉਹਨਾਂ ਦਾ ਸਵਾਲ ਕੋ ਹੁੰਦਾ ਸੀ ਨਾ ਇੰਪੋਰਟੈਂਟ, ਤੇ ਉਹ ਮੀਟਿੰਗਾਂ ਵੀ ਕੈਂਸਲ ਕਰ ਦਿੰਦੇ ਸੀਗੇ, ਇੰਨੇ ਚੰਗੇ ਤਰੀਕੇ ਨਾਲ ਉਹ ਸਵਾਲ ਦੇ ਜਵਾਬ ਨੂੰ ਤਿਆਰ ਕਰਦੇ ਸੀਗੇ। ਸੋ ਸਾਨੂੰ ਵੀ ਇਸ ਤਰ੍ਹਾਂ ਚਾਹੀਦਾ ਕਿ ਅਸੀਂ ਚੰਗੇ ਸਵਾਲ ਪੁੱਛੀਏ ਔਰ ਮਿਨਿਸਟਰ ਸਾਹਿਬ ਉਸ ਚੰਗੇ ਤਰੀਕੇ ਨਾਲ ਉਸ ਗੱਲ ਦੇ ਜਵਾਬ ਦੇਣ। ਤਾਂ ਦੂਜੀ ਗੱਲ ਤੇ ਬਹੁਤ ਸੁਣੀ ਹੋਈ ਹੈ, ਬੜੀ ਚੰਗੀ ਗੱਲ ਹੈ, LOP ਸਾਹਿਬ ਇੱਥੇ ਨਾਲ ਸਾਡੇ ਬੈਠੇ ਨੇ, ਕਿਉਂਕਿ ਸਾਰੇ ਕਹਿੰਦੇ ਆ ਕਿ ਹਾਊਸ ਦਾ ਸੈਸ਼ਨ ਬਹੁਤ ਲੰਬਾ ਹੋਣਾ ਚਾਹੀਦਾ ਹੈ। ਮੈਂ ਕਹਿੰਦਾ ਜ਼ਰੂਰ ਲੰਬਾ ਹੋਣਾ ਚਾਹੀਦਾ ਹੈ, ਪਰ ਉਸ ਤੋਂ ਇੰਪੋਰਟੈਂਟ ਹੈ ਕਿ ਕੁਆਲਿਟੀ ਟਾਈਮ ਹੋਣਾ ਚਾਹੀਦਾ ਹੈ। ਜੇ ਅਸੀਂ ਆ ਕੇ ਰੌਲਾ ਗੋਲਾ ਪਾ ਕੇ ਉੱਠ ਜਾਣਾ, ਇੱਥੇ ਵਾਕਆਊਟਸ ਕਰ ਦੇਣੀ ਹੈ, ਤੇ ਉਹਦਾ ਵੀ ਬਹੁਤ ਜ਼ਿਆਦਾ ਫਾਇਦਾ ਕੋਈ ਨਹੀਂ ਹੈ, ਕਿਉਂਕਿ ਲੋਕ ਦੇਖ ਰਹੇ ਆ ਔਰ ਲੋਕ ਨਿਰਾਸ਼ ਨੇ, ਪਰੇਸ਼ਾਨ ਨੇ। ਸਾਨੂੰ ਉਹਨਾਂ ਨੂੰ ਇੱਥੇ ਇੱਕ ਚੰਗੇ ਬਿਹੇਵੀਅਰ ਦਾ ਇੱਕ ਐਗਜ਼ਾਮਪਲ ਦੇਣਾ ਚਾਹੀਦਾ ਕਿ ਤੁਸੀਂ ਸਾਨੂੰ ਚੁਣ ਕੇ ਕੱਲਿਆ, ਤੁਹਾਡੇ ਸੇ ਨੁਮਾਇੰਦੇ ਆ ਤੇ ਅਸੀਂ ਇੱਥੇ ਬਹੁਤ ਚੰਗਾ ਬਿਹੇਵ ਕਰਾਂਗੇ। ਔਰ ਦੂਜੀ ਗੱਲ ਹੈ ਸੈਲਫਿਸ਼ਨੈਸ ਨਹੀਂ ਹੋਣੀ ਚਾਹੀਦੀ। ਹਰ ਇੱਕ ਬੰਦਾ ਹਰ ਵਾਰੀ ਹੱਥ ਖੜਾ ਕਰ ਲੇ, ਇਹ ਵੀ ਗੱਲ ਸ਼ੋਭਾ ਨਹੀਂ ਦਿੰਦੀ। ਮੈਂ ਨਹੀਂ ਕਹਿੰਦਾ ਤੁਹਾਨੂੰ ਸਵਾਲ ਪੁੱਛਣ ਦਾ ਹੱਕ ਨਹੀਂ ਹੈ, ਹਰ ਇੱਕ ਬੰਦੇ ਨੂੰ ਸਵਾਲ ਪੁੱਛਣ ਦਾ ਹੱਕ ਹੈ, ਪਰ ਅਸੀਂ ਜੇ ਸੋਚੀਏ ਕਿ ਬਾਕੀ ਮੈਨੂੰ ਘੱਟ ਸਿਆਣੇ ਤੇ ਮੈਂ ਹੀ ਸਿਆਣਾ, ਮੈਂ ਹਰ ਜਗ੍ਹਾ ਹੱਥ ਖੜਾ ਕਰਾਂਗਾ, ਹਰ ਜਗ੍ਹਾ ਉੱਠ ਕੇ ਖੜਾ ਹੋ ਜਾਵਾਂਗਾ, ਤੇ ਇਸ ਤਰ੍ਹਾਂ ਵੀ ਸਾਨੂੰ ਥੋੜੀ ਬਹੁਤ, ਚਾਹੇ ਉਹ ਟ੍ਰੇਜਰੀ ਵੱਲੋਂ ਹੋਣ, ਚਾਹੇ ਉਹ ਆਪੋਜੀਸ਼ਨ ਵੱਲੋਂ ਹੋਣ, ਸਾਨੂੰ ਆਪ ਹੀ ਅੰਦਰ ਜਿਹੜੀ ਇੰਟਰਨਲ ਸਾਡੀ ਇੰਟਰਾ ਪਾਰਟੀ ਹੈ, ਸਾਨੂੰ ਉਹਨਾਂ ਨੂੰ ਸਲਾਹ ਦੇਣੀ ਚਾਹੀਦੀ ਹੈ ਹਰ ਜਗ੍ਹਾ ਹੱਥ ਨਾਲ ਖੜਾ ਕਰ, ਤਾਂ ਮੁੜ ਕੇ ਬਦਨਾਮੀ ਬੜੀ ਹੁੰਦੀ ਹੈ, ਫਿਰ ਤੁਹਾਨੂੰ ਉਹਨੂੰ ਡਿਫੈਂਡ ਕਰਨਾ ਪੈਂਦਾ। ਸੋ ਇਸ ਕਰਕੇ ਇਹਨਾਂ ਨੂੰ ਸਮਝਾਇਆ ਕਰੋ ਕਿ ਯਾਰ ਆਰਾਮ ਨਾਲ ਠੰਡੇ ਹੋ ਕੇ ਚੱਲੋ। ਸੋ ਇਹ ਸਾਰੀਆਂ ਗੱਲਾਂ ਨੇ। ਮੈਨੂੰ ਆਸ ਹੈ ਕਿ ਅਸੀਂ ਸੈਸ਼ਨ ਦੇ ਬਾਅਦ ਜਿਹੜੀ ਸਾਡੀ ਨੈਕਸਟ ਆਏਗਾ, ਸਾਡਾ ਬਜਟ ਸੈਸ਼ਨ ਆਏਗਾ, ਆਮ ਵੈਰੀ ਸ਼ੋਰ ਜੀ ਸਾਡੀ ਸਭ ਦੀ ਪਰਫਾਰਮੈਂਸ ਬਹੁਤ ਚੰਗੀ ਹੋਏਗੀ, ਔਰ ਅਸੀਂ ਇੱਕ ਦੂਜੇ ਦੀ ਗੱਲ ਸੁਣਾਂਗੇ। ਜਿਵੇਂ ਸਪੀਕਰ ਸਾਹਿਬ ਨੇ ਕਿਹਾ ਕਿ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ, ਤੇ ਪਿਆਰ ਨਾਲ ਗੱਲ ਸੁਣੋ, ਹੌਲੀ ਬੋਲੋ। ਹੌਲੀ ਗੱਲ ਕਹੀ ਸੁਣੀ ਜਾਂਦੀ, ਅਗਲਾ ਸੁਣ ਲੈਂਦਾ, ਐਡੀ ਗੱਲ ਨਹੀਂ ਹੈ। ਜੇ ਸਪਸ਼ਟ ਤੁਸੀਂ ਬੋਲਦੇ ਹੋ ਤਾਂ ਅਗਲਾ ਤੁਹਾਡੀ ਗੱਲ ਸੁਣ ਲੈਂਦਾ। ਵੀ ਸੌਫਟ ਸਪੋਕਨ, ਤੇ ਗੱਲ ਪੈਣ ਦੀ ਕਿਸੇ ਲੋੜ ਨਹੀਂ ਹੈ। ਲੈਟਸ ਗਿਵ ਅ ਗੁੱਡ ਐਗਜ਼ਾਮਪਲ। ਅਸੀਂ ਜਿੱਥੇ ਪੰਜਾਬ ਨੂੰ ਅਸੀਂ ਅੱਜ ਹੈਗਾ ਜਿੱਥੇ ਪੰਜਾਬ, ਅਸੀਂ ਇਸ ਨੂੰ ਬਹੁਤ ਚੰਗਾ ਬਣਾਉਣਾ ਹੈ। ਬਹੁਤ ਸਾਰੇ ਧਰਮਾਂ 'ਚ ਅਸੀਂ ਗੱਲ ਕਰਦੇ ਹਾਂ ਕਿ ਸਵਰਗ ਜਾਵਾਂਗੇ, ਜੰਨਤ ਜਾਵਾਂਗੇ, ਪਰ ਸਾਡੀ ਤੇ ਜੰਨਤ ਔਰ ਸਭ ਕੁਝ ਇੱਥੇ ਹੋਣਾ ਚਾਹੀਦਾ ਹੈ। ਸੋ ਬਹੁਤਾ ਟਾਈਮ ਨਾਲ ਲੈਂਦਾ ਹੋਇਆ ਮੈਂ ਫਿਰਾਕ ਗੋਰਖਪੁਰੀ ਦੇ ਲਫ਼ਜ਼ ਨੇ, ਹੀ ਸੇਜ਼ ਕਿ ਇਸ ਜਹਾਂ ਕੋ ਰਸ਼ ਕੇ ਜੰਨਤ ਹਮ ਕरेंगे एक दिन। ਇਸ ਜਹਾਂ ਕੋ, ਅੱਜ ਵੀ ਸਾਡੀ ਦੁਨੀਆ ਹੈ, ਸਾਡਾ ਪੰਜਾਬ ਹੈ, ਅਸੀਂ ਇਹਨੂੰ ਐਨਵੀ ਬਣਾਵਾਂਗੇ ਜੰਨਤ ਦੀ। ਇਸ ਜਹਾਂ ਕੋ ਰਸ਼ ਕੇ ਜੰਨਤ ਹਮ करेंगे एक दिन, जिनका ये ईमान नहीं ऐसों को जन्नत चाहिए। ਤੇ ਤੁਸੀਂ ਸੁਣ ਲਿਆ ਕਿ ਪਹਿਲੇ ਦਿਨ ਕੀ ਕੁਝ
ਵਿਧਾਨ ਸਭਾ ਦੇ ਅੰਦਰ ਟ੍ਰੇਨਿੰਗ ਜਿਹੜਾ ਸੈਸ਼ਨ ਸੱਦਿਆ ਗਿਆ ਸੀ ਵਿਧਾਇਕਾਂ ਤੇ ਮੰਤਰੀਆਂ ਦੇ ਲਈ, ਉੱਥੇ ਸੀਐਮ ਨੇ ਕੀ ਕਿਹਾ, ਓਪੋਜੀਸ਼ਨ ਧਿਰ ਦੇ ਲੀਡਰ ਨੇ ਕੀ ਕਿਹਾ ਤੇ ਸਪੀਕਰ ਸਾਹਿਬ ਨੇ ਕੀ ਕਿਹਾ ਤੇ ਮੰਤਰੀਆਂ ਨੇ ਕੀ ਕਿਹਾ। ਹਾਲਾਂਕਿ ਸਾਰੇ ਹੀ ਖੁਸ਼ ਨਜ਼ਰ ਆਏ ਤੇ ਚੰਗਾ ਕਦਮ ਇਸ ਨੂੰ ਦੱਸਿਆ ਤੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਇਤਿਹਾਸ ਰਚਿਆ ਜਾਏਗਾ ਜੇਕਰ ਅਸੀਂ ਕੁਝ ਸਿੱਖ ਕੇ ਮਿਲ ਜੁਲ ਕੇ ਕੰਮ ਕਰਾਂਗੇ ਤਾਂ ਸਾਰਿਆਂ ਦਾ ਹੀ ਨਾਂ ਜਿਹੜਾ ਉਹ ਉਸ ਪੰਜਾਬ ਦੇ ਇਤਿਹਾਸ ਦੇ ਵਿੱਚ ਆਏਗਾ ਕਿ ਕਿਵੇਂ ਇਸ ਨੂੰ ਲੀਹ ਤੇ ਲਿਆਂਦਾ ਗਿਆ। ਤੇ ਹੁਣ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਮਿਲ ਜੁਲ ਕਰ ਕੰਧੇ ਨਾਲ ਖੜਿਆਂ ਸਰਕਾਰ ਦੇ ਪੰਜਾਬ ਦੇ ਹੱਕਾਂ ਦੇ ਲਈ ਤੇ ਕੇਂਦਰ ਸਰਕਾਰ ਜੇਕਰ ਕੋਈ ਵੀ ਕੰਮ ਕਰਦੀ ਹੈ ਜੋ ਪੰਜਾਬ ਵਿਰੋਧੀ ਹੁੰਦਾ ਤਾਂ ਵੀ ਉਹ ਉਸ ਦੇ ਨਾਲ ਖੜੇ ਨੇ ਸਰਕਾਰ ਦੇ ਨਾਲ। ਹਾਲਾਂਕਿ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਜਿੰਨਾ ਚੰਗਾ ਪੱਤਰਕਾਰ ਤੇ ਜਿੰਨੀ ਮਜ਼ਬੂਤ ਵਿਰੋਧੀ ਧਿਰ ਹੋਵੇ ਸਰਕਾਰ ਉਨੀ ਹੀ ਚੰਗੀ ਚੱਲਦੀ ਆ ਤੇ ਸ਼ਾਇਦ ਜੇਕਰ ਹੁਣ ਓਪੋਜੀਸ਼ਨ ਤੇ ਸੱਤਾ ਦੇ ਦੋਵੇਂ ਹੀ ਮਿਲ ਕੇ ਕੰਮ ਕਰਦੇ ਹਨ ਤਾਂ ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦਾ ਇਹ ਸੈਸ਼ਨ ਤੇ ਆਉਂਦੇ ਦਿਨ ਪੰਜਾਬ ਦੇ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਦੇ ਵਿੱਚ ਜਿਹੜੇ ਨੇ ਉਹ ਦਰਜ ਕੀਤੇ ਜਾਣੇ ਨੇ। ਕਿਉਂਕਿ ਇੱਕ ਪਾਸੇ ਕਰਜ਼ਾ ਅਰਥ ਵਿਵਸਥਾ ਦੀ ਜੋ ਕੁਝ ਸਥਿਤੀ ਆ, ਆਉਂਦੇ ਦਿਨਾਂ ਦੇ ਵਿੱਚ ਬਜਟ ਸੈਸ਼ਨ ਵੀ ਆ, ਲੇਕਿਨ ਵੇਖਣ ਵਾਲੀ ਗੱਲ ਹੋਏਗੀ ਕਿ ਇਸ ਟ੍ਰੇਨਿੰਗ ਸੈਸ਼ਨ ਦਾ ਕੀ ਕੁਝ ਅਸਰ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਤੇ ਜਨਤਾ ਨੂੰ ਕਿੰਨਾ ਕੀ ਫਾਇਦਾ ਹੁੰਦਾ ਹੈ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।